ਕਰਮਾਂ ਦੀ ਗਹਿਰੀ ਗਤੀ ਦੇ ਰਾਜ ਭਾਗ 1 ਦ ਸੀਕ੍ਰੇਟ ਆਫ ਕਰਮਾ ਪਾਰਟ 1। ਪਰਮ ਸ਼ਾਂਤੀ ਬਾਪੂ ਜੀ ਦੇ YouTube ਚੈਨਲ ਦਸ਼ਰਤ ਭਾਈ ਪਟੇਲ ਤੇ ਆਪ ਜੀ ਸਾਰੇ ਸਰੋਤਿਆਂ ਦਾ ਸਵਾਗਤ ਹੈ। ਇਸ ਵੀਡੀਓ ਤੇ ਅਨੰਤ ਜੀ ਬਾਪੂ ਜੀ ਤੋਂ ਕਰਮਾਂ ਦੀ ਗਤੀ ਦੇ ਰਾਜ਼ ਜਾਂ ਦ ਸੀਕ੍ਰੇਟ ਆਫ ਕਰਮਾ ਦੇ ਬਾਰੇ ਤੇ ਜਿਸ ਤਰ੍ਹਾਂ ਕਿ ਕਰਮ ਗਿਆਨ ਕੀ ਹੈ, ਕਰਮ ਅਤੇ ਉਸ ਦਾ ਫਲ ਕੀ ਹੈ, ਕਰਮਾਂ ਦੇ ਨਿਯਮ ਕੀ ਹਨ ਤੋਂ ਸੰਬੰਧਿਤ ਸਵਾਲ ਪੁੱਛ ਰਹੇ ਹਨ। ਅਨੰਤ ਪਰਮ ਸ਼ਾਂਤੀ ਬਾਪੂ ਜੀ, ਅੱਜ ਅਸੀਂ ਦ ਸੀਕ੍ਰੇਟ ਆਫ ਕਰਮਾ ਦੇ ਬਾਰੇ ਤੇ ਗੱਲ ਕਰਾਂਗੇ ਤੇ ਮੇਰਾ ਸਭ ਤੋਂ ਪਹਿਲਾ ਕੁਐਸਚਨ ਹੈ ਕਿ ਕਰਮ ਕੀ ਹਨ ਅਤੇ ਕਰਮ ਕਿੰਨੇ ਤਰ੍ਹਾਂ ਦੇ ਹਨ। ਹਾਲਾਂਕਿ ਮੇਰੇ ਕੋਲ ਬਹੁਤ ਸਾਰੀ ਲੰਬੀ ਕੁਐਸਚਨਸ ਦੀ ਲਿਸਟ ਹੈ, ਪਰ ਅਸੀਂ ਇਸ ਸਵਾਲ ਤੋਂ ਸ਼ੁਰੂਆਤ ਕਰਾਂਗੇ ਕਿ ਡਿਫਰੈਂਟ ਕਾਈਂਡ ਆਫ ਕਰਮਾ ਜਾਂ ਕਰਮ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਬਾਪੂ ਜੀ, ਕਰਮ ਮਨ ਬਚਨ ਯਾਨੀ ਬੋਲਣ ਤੋਂ ਅਤੇ ਕਰਮ ਤੋਂ ਯਾਨੀ ਕੰਮਾਂ ਤੋਂ ਕਰਮ ਬਣਦੇ ਹਨ। ਹੁਣ ਕਰਮ 3 ਤਰ੍ਹਾਂ ਦੇ ਯਾਨੀ 3 ਟਾਈਪਸ ਦੇ ਹਨ। ਜੋ ਚੰਗੇ ਕਰਮ ਹੁੰਦੇ ਹਨ ਉਹਨਾਂ ਨੂੰ ਸਤ ਕਰਮ ਜਾਂ ਸੱਚੇ ਕਰਮ ਕਹਿੰਦੇ ਹਨ। ਇਹਨਾਂ ਕਰਮਾਂ ਤੋਂ ਆਤਮਾ ਦਾ ਪੁੰਨ ਦਾ ਖਾਤਾ ਜਮ੍ਹਾਂ ਹੁੰਦਾ ਹੈ ਅਤੇ ਇੱਕ ਪਾਪ ਦਾ ਕਰਮ ਹੁੰਦਾ ਹੈ, ਉਸ ਨੂੰ ਵਿਕਰਮ ਜਾਂ ਬੁਰੇ ਕਰਮ ਕਹਿੰਦੇ ਹਨ। ਇਹਨਾਂ ਕਰਮਾਂ ਤੋਂ ਆਤਮਾ ਦੇ ਅੰਦਰ ਨੈਗੇਟਿਵ ਜਾਂ ਬੁਰਾਈ ਦਾ ਖਾਤਾ ਜਮ੍ਹਾਂ ਜਾਂ ਸਟੋਰ ਹੁੰਦਾ ਹੈ। ਅਤੇ ਇੱਕ ਤੀਸਰਾ ਕਰਮ ਵੀ ਹੈ ਜੋ ਨਿਸ਼ਕਾਮ ਕਰਮ ਯਾਨੀ ਬਿਨਾਂ ਕਿਸੇ ਫਲ ਦੀ ਆਸ ਤੋਂ ਕਰਦੇ ਹਨ। ਜੋ ਨਿਸ਼ਕਾਮ ਕਰਮ ਕਰਦੇ ਹਨ ਉਹਨਾਂ ਨੂੰ ਕੋਈ ਕਰਮਾਂ ਦਾ ਲੇਪ ਸ਼ੇਪ ਨਹੀਂ ਲੱਗਦਾ, ਇਸ ਲਈ ਐਸੇ ਕਰਮ ਨੂੰ ਅਕਰਮ ਕਹਿੰਦੇ ਹਨ। ਵੈਸੇ ਤੇ ਅਕਰਮ ਜਾਂ ਨਿਸ਼ਕਾਮ ਕਰਮ ਕਰਨ ਵਾਲੀਆਂ ਆਤਮਾਵਾਂ ਸੰਸਾਰ ਤੇ ਬਹੁਤ ਹੀ ਮੁਸ਼ਕਿਲ ਨਾਲ ਹੁੰਦੀਆਂ ਹਨ। ਜੋ ਕਰਮਾਂ ਦੇ ਹਿਸਾਬ ਕਿਤਾਬ ਤੇ ਨਾ ਆਣ ਉਸ ਨੂੰ ਅਕਰਮ ਕਹਿੰਦੇ ਹਨ। ਅਨੰਤ ਬਾਪੂ ਜੀ, ਜੋ ਇਹ 3 ਤਰ੍ਹਾਂ ਦੇ ਕਰਮ ਆਪ ਜੀ ਨੇ ਦੱਸੇ ਹਨ, ਕਰਮ, ਅਕਰਮ ਅਤੇ ਵਿਕਰਮ, ਤੇ ਇਹਨਾਂ ਤਿੰਨਾਂ ਦਾ ਗਿਆਨ ਹੋਣਾ ਇਨਸਾਨ ਦੇ ਲਈ ਕਿਉਂ ਜ਼ਰੂਰੀ ਹੈ। ਬਾਪੂ ਜੀ, ਕਿਉਂਕਿ ਵੇਖੋ, ਆਤਮਾ ਦੇ ਅੰਦਰ ਇਹ ਥਿਊਰੀ ਆਫ ਕਰਮ ਜਾਂ ਸੀਕ੍ਰੇਟ ਆਫ ਕਰਮ ਜੋ ਹੁੰਦੇ ਹਨ, ਇਸ ਦਾ ਗਿਆਨ ਹੋਣ ਨਾਲ ਆਤਮਾ ਨੂੰ ਪਤਾ ਚੱਲਦਾ ਹੈ ਕਿ ਕਿਹੜਾ ਕਰਮ ਚੰਗਾ ਹੈ ਅਤੇ ਕਿਹੜਾ ਕਰਮ ਬੁਰਾ ਹੈ, ਤੇ ਕਿਹੜਾ ਕਰਮ ਕਰਨਾ ਚਾਹੀਦਾ ਅਤੇ ਕਿਹੜਾ ਕਰਮ ਨਹੀਂ ਕਰਨਾ ਚਾਹੀਦਾ। ਇਹਨਾਂ ਗੱਲਾਂ ਦੀ ਉਸ ਨੂੰ ਸਮਝ ਆਉਂਦੀ ਹੈ ਤੇ ਜਦੋਂ ਆਤਮਾ ਇਹ ਗਿਆਨ ਸਮਝ ਲੈਂਦੀ ਹੈ, ਫਿਰ ਉਹ ਆਤਮਾ ਹੌਲੀ-ਹੌਲੀ ਚੰਗੇ ਕਰਮ ਕਰਦੀ ਹੈ ਤੇ ਸਵਰਗ ਲੋਕ ਤੇ ਜਾਂਦੀ ਹੈ। ਜੇਕਰ ਬੁਰੇ ਕਰਮ ਕਰਦੀ ਹੈ ਤੇ ਨਰਕ ਤੇ ਜਾਂਦੀ ਹੈ। ਇਸ ਤਰ੍ਹਾਂ ਜੰਮਣ ਮਰਨ ਦੇ ਚੱਕਰ ਤੇ ਆਂਦੀ ਰਹਿੰਦੀ ਹੈ। ਇਸ ਕਰਕੇ ਕਰਮਾਂ ਦੀ ਥਿਊਰੀ ਜਾਂ ਸਿਧਾਂਤ ਨੂੰ ਜਾਣਨਾ ਮਨੁੱਖ ਦੇ ਲਈ ਬਹੁਤ ਜ਼ਰੂਰੀ ਹੈ। ਪਰ ਅਸਲ ਤੇ ਜੋ ਮਨ ਤੋਂ ਕਰਮ ਹੁੰਦਾ ਹੈ, ਮਤਲਬ ਜਿਸ ਕਰਮ ਨਾਲ ਮਨ ਜੁੜਿਆ ਹੁੰਦਾ ਹੈ, ਉਸ ਦਾ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ। ਮਨ, ਬਚਨ ਅਤੇ ਕਰਮ ਤਿੰਨਾਂ ਦਾ ਪ੍ਰਭਾਵ ਹੁੰਦਾ ਹੈ ਤੇ ਇਹ ਜੋ ਕਰਮਾਂ ਦੀ ਗਹਿਰੀ ਗਤੀ ਦਾ ਰਾਜ਼ ਹੈ ਉਹ ਮਨ ਤੇ ਹੁੰਦਾ ਹੈ। ਜਦੋਂ ਮਨ ਸੋਚਦਾ ਹੈ, ਸੋਚਣ ਤੋਂ ਵੀ ਕਰਮ ਬਣਦਾ ਹੈ ਨਾ, ਤੇ ਇਹ ਮਨ ਤੇ ਕਰਮ ਹੋ ਗਿਆ। ਅਨੰਤ ਹਾਂ, ਭਗਵਾਨ ਕ੍ਰਿਸ਼ਨ ਨੇ ਕਿਹਾ ਹੈ ਕਿ ਸੋਚਣਾ ਵੀ ਇੱਕ ਕਰਮ ਹੈ। ਬਾਪੂ ਜੀ, ਸੋਚਣਾ ਵੀ ਇੱਕ ਕਰਮ ਹੈ। ਸੋਚਣ ਦਾ ਕੀ ਇਫੈਕਟ ਜਾਂ ਅਸਰ ਹੁੰਦਾ ਹੈ, ਪਹਿਲਾਂ ਤੇ ਇਹ ਸਮਝਣਾ ਪਏਗਾ। ਸੋਚਣ ਤੋਂ ਸਾਡੀ ਬਾਡੀ ਤੇ ਕੀ ਇਫੈਕਟ ਹੁੰਦਾ ਹੈ, ਸਾਡੇ ਮਨ ਤੇ, ਦੁਨੀਆ ਤੇ ਕੀ ਇਫੈਕਟ ਹੁੰਦਾ ਹੈ ਅਤੇ ਦੂਸਰੇ ਲੋਕਾਂ ਤੇ ਕੀ ਅਸਰ ਹੁੰਦਾ ਹੈ। ਨੈਗੇਟਿਵ ਜਾਂ ਬੁਰੀ ਸੋਚ ਦਾ ਇਹਨਾਂ ਤਿੰਨਾਂ ਤੇ ਪ੍ਰਭਾਵ ਪੈਂਦਾ ਹੈ। ਜਿਸ ਤਰ੍ਹਾਂ ਕਿ ਕੋਈ ਤੁਹਾਡਾ ਦੂਰ ਦੇਸ਼ ਤੇ ਅਮਰੀਕਾ ਤੇ ਕੋਈ ਰਹਿੰਦਾ ਹੈ ਤੇ ਅਮਰੀਕਾ ਤੇ ਰਹਿਣ ਵਾਲੇ ਲਈ ਜਾਂ ਕਿਸੇ ਦੇ ਲਈ ਵੀ ਲਈ ਕੋਈ ਮਨੁੱਖ ਇੱਥੇ ਬੈਠੇ ਬੈਠੇ ਬੁਰਾ ਸੋਚਦਾ ਹੈ ਤੇ ਉਸ ਦਾ ਬੁਰਾ ਸੰਕਲਪ ਜਾਂ ਸੋਚ ਅਮਰੀਕਾ ਤੱਕ ਨੈਗੇਟਿਵ ਰਿਐਕਸ਼ਨ ਜਾਂ ਬੁਰਾ ਅਸਰ ਛੱਡਦਾ ਹੈ। ਅਨੰਤ ਬਾਪੂ ਜੀ, ਕੀ ਰਿਐਲਿਟੀ ਤੇ ਉਸ ਦਾ ਸੰਕਲਪ ਜਾਂ ਵਿਚਾਰ ਇੰਨੀ ਦੂਰ ਤੱਕ ਜਾ ਸਕਦਾ ਹੈ। ਬਾਪੂ ਜੀ,
ਪੋਜ਼ਿਟਿਵ ਜਾਂ ਚੰਗਾ ਵਿਚਾਰ ਤੇ ਨਹੀਂ ਜਾਂਦਾ, ਪਰ ਨੈਗੇਟਿਵ ਵਿਚਾਰ ਤੇ ਨੈਗੇਟਿਵ ਦੁਨੀਆ ਤੇ ਜਾਏਗਾ। ਜਿੱਥੇ ਵੀ ਜਿਸ ਦੁਨੀਆ ਦਾ ਜ਼ੋਰ ਹੁੰਦਾ ਹੈ, ਉਸ ਤੇ ਉਹ ਵਿਚਾਰ ਜਾਂ ਸੰਕਲਪ ਜਾਏਗਾ। ਨੈਗੇਟਿਵ ਸੰਕਲਪ ਹੌਲੀ ਹੌਲੀ ਜਾਏਗਾ। ਆਨੰਦ। ਫਿਰ ਕੀ ਹੁੰਦਾ ਹੈ ਬਾਪੂ ਜੀ? ਤੇ ਜਦੋਂ ਉਸ ਦਾ ਸੰਕਲਪ ਨੈਗੇਟਿਵ ਹੁੰਦਾ ਹੈ ਤੇ ਉਹ ਦੂਰ ਦੂਰ ਤੱਕ ਸੰਕਲਪ ਜਾਏਗਾ, ਯਾਨੀ ਬਹੁਤ ਦੂਰ ਦੀ ਵਾਈਬ੍ਰੇਸ਼ਨਸ ਤੱਕ ਵੀ ਜਾਏਗਾ। ਦੂਰ ਦੂਰ ਦੀ ਵਾਈਬ੍ਰੇਸ਼ਨਸ ਨੂੰ ਗੰਦਾ ਕਰੇਗਾ ਨਾ, ਫਿਰ ਨੈਗੇਟਿਵ ਸੋਚਣ ਵਾਲੀ ਆਤਮਾ ਤੇ ਉਸ ਦੀ ਨੈਗੇਟਿਵ ਸੋਚ ਦਾ ਰਿਐਕਸ਼ਨ ਆਏਗਾ। ਫਿਰ ਉਸ ਦਾ ਰਿਐਕਸ਼ਨ ਵਾਯੂਮੰਡਲ ਨੂੰ ਹੋਰ ਵੀ ਗੰਦਾ ਜਾਂ ਬੁਰਾ ਬਣਾਏਗਾ ਤੇ ਉਸ ਦੀ ਸੰਕਲਪ ਹੁਣ ਅਮਰੀਕਾ ਵਾਲੇ ਮਨੁੱਖ ਨੂੰ ਟੱਚ ਕਰਨਗੇ ਤੇ ਉਹ ਵੀ ਨੈਗੇਟਿਵ ਸੰਕਲਪਾਂ ਕਰਕੇ ਜਾਂ ਮਾੜੇ ਸੰਕਲਪਾਂ ਕਰਕੇ ਨੈਗੇਟਿਵ ਵਿਚਾਰ ਸੋਚੇਗਾ ਤੇ ਹੁਣ ਦੋਨਾਂ ਦੀ ਸੋਚ ਦੇ ਬੁਰੇ ਸੰਕਲਪ ਹੋਣਗੇ। ਹੁਣ ਜੋ ਵੀ ਵਾਯੂ ਤੱਤ ਤੇ ਨੈਗੇਟਿਵ ਸੋਚਦਾ ਹੈ ਤੇ ਉਸ ਦੀ ਵਜ੍ਹਾ ਨਾਲ ਵਾਯੂ ਤੇ ਵਾਈਬ੍ਰੇਸ਼ਨ ਹੋਏ। ਹੁਣ ਵਾਈਬ੍ਰੇਸ਼ਨਸ ਵੀ ਗੰਦੇ ਹੋਏ। ਹੁਣ ਨੈਗੇਟਿਵ ਸੋਚ ਕਰਕੇ ਉਹਨਾਂ ਦੇ ਸੂਖਮ ਸਰੀਰ ਤੇ ਪ੍ਰਭਾਵ ਪਿਆ, ਕਿਉਂਕਿ ਸੂਖਮ ਸਰੀਰ ਤੇ ਵੀ ਪ੍ਰਭਾਵ ਪੈਂਦਾ ਹੈ। ਸੂਖਮ ਸਰੀਰ ਨੂੰ ਔਰਾ ਕਹਿੰਦੇ ਹਾਂ। ਆਨੰਦ। ਬਾਪੂ ਜੀ, ਇਸ ਗੱਲ ਨੂੰ ਅਸੀਂ ਅੱਗੇ ਕਰਾਂਗੇ, ਪਰ ਹੁਣ ਬਹੁਤ ਇੰਪੋਰਟੈਂਟ ਗੱਲ ਇਹ ਹੈ ਕਿ ਕਰਮ ਦੇ ਉੱਪਰ ਹਿੰਦੂਇਜ਼ਮ, ਬੁੱਧਿਜ਼ਮ, ਜੈਨਿਜ਼ਮ, ਸਿੱਖਿਜ਼ਮ ਸਾਰਿਆਂ ਨੇ ਆਪਣੀ ਆਪਣੀ ਰਾਏ ਦਿੱਤੀ ਹੈ। ਪਰ ਹੁਣ ਗੱਲ ਇਹ ਹੈ ਕਿ ਦੁਨੀਆ ਦੇ ਅੰਦਰ ਹਰ ਚੀਜ਼ ਨੂੰ ਲੈ ਕੇ ਡਬਲ ਸਟੈਂਡਰਡ ਹੋ ਗਏ ਹਨ। ਕਰਮਾਂ ਦੇ ਵਿਸ਼ੇ ਤੇ ਵੀ, ਜਿਸ ਤਰ੍ਹਾਂ ਕਿ ਲੋਕੀ ਕੀੜੀਆਂ ਨੂੰ ਆਟਾ ਪਾਉਣ ਲਈ ਬਾਹਰ ਜਾਣਗੇ, ਪਰ ਜੇਕਰ ਉਹੀ ਕੀੜੀਆਂ ਘਰ ਦੇ ਅੰਦਰ ਆਪਣਾ ਘਰ ਬਣਾਉਣ ਤੇ ਉਹਨਾਂ ਦਾ ਘਰ ਤੋੜਨਗੇ। ਜਿਸ ਤਰ੍ਹਾਂ ਪੰਛੀਆਂ ਨੂੰ ਦਾਣੇ ਪਾਉਣ ਦੇ ਲਈ ਬਾਹਰ ਜਾਣਗੇ, ਪਰ ਜੇਕਰ ਉਹੀ ਪੰਛੀ ਘਰ ਦੇ ਅੰਦਰ ਆਲਣਾ ਜਾਂ ਘੋਂਸਲਾ ਬਣਾਉਣਗੇ ਤੇ ਉਸ ਨੂੰ ਝਾੜੂ ਮਾਰ ਕੇ ਤੋੜ ਦੇਣਗੇ। ਤੇ ਇਸ ਤਰ੍ਹਾਂ ਰਿਐਲਿਟੀ ਤੇ ਡਬਲ ਸਟੈਂਡਰਡ ਕਿਉਂ ਆ ਗਏ ਲੋਕਾਂ ਦੇ ਅੰਦਰ? ਬਾਪੂ ਜੀ ਵੇਖੋ, ਇਹ ਕੀੜੀ ਦੇ ਬਾਰੇ ਤੇ ਜਾਂ ਪੰਛੀਆਂ ਦੇ ਬਾਰੇ ਤੇ ਜੋ ਗੱਲ ਹੈ ਉਹ ਤੇ ਠੀਕ ਹੈ, ਪਰ ਇਹਨਾਂ ਤੋਂ ਵੀ ਬਹੁਤ ਸੂਖਮ ਕੀਟਾਣੂ ਹਨ। ਕੁਝ ਧਰਮ ਵਾਲੇ ਆਪਣੇ ਨੱਕ ਦੇ ਅੱਗੇ ਕੱਪੜਾ ਲਗਾਉਂਦੇ ਹਨ। ਉਹ ਕੀ ਸੋਚਦੇ ਹਨ ਕਿ ਸਾਡੇ ਸਵਾਸ ਤੇ ਵੀ ਕੀਟਾਣੂ ਨਾ ਜਾਣ, ਕਿਉਂਕਿ ਸਵਾਸ ਤੇ ਬਹੁਤ ਜਾਂਦੇ ਹਨ। ਹਵਾ ਤੇ ਬਹੁਤ ਕੀਟਾਣੂ ਹਨ ਤੇ ਸਵਾਸ ਦੇ ਰਾਹੀਂ ਕੀਟਾਣੂ ਸਾਡੇ ਅੰਦਰ ਜਾਣਗੇ ਤੇ ਉਹਨਾਂ ਦੀ ਮੌਤ ਹੋ ਜਾਏਗੀ। ਇਹ ਉਹੀ ਪੱਟਾ ਬੰਨਣ ਵਾਲੇ ਮਨੁੱਖ ਹਨ। ਮਤਲਬ ਉਹ ਸੂਖਮ ਕੀਟਾਣੂ ਦਾ ਵੀ ਵਿਨਾਸ਼ ਨਹੀਂ ਚਾਹੁੰਦੇ। ਉਹ ਸੋਚਦੇ ਹਨ ਕਿ ਇਸ ਤੋਂ ਵੀ ਪਾਪ ਕਰਮ ਬਣਦਾ ਹੈ। ਪਰ ਜਦੋਂ ਐਸੇ ਤਰ੍ਹਾਂ ਦੀ ਕਈ ਆਤਮਾਵਾਂ ਨੈਗੇਟਿਵ ਜਾਂ ਬੁਰੀ ਸੋਚ ਵਾਯੂਮੰਡਲ ਤੇ ਪਾਉਂਦੀਆਂ ਹਨ, ਆਪਣੇ ਆਸ-ਪਾਸ ਤੇ ਰਹਿਣ ਵਾਲਿਆਂ ਮਨੁੱਖਾਂ ਲਈ ਨੈਗੇਟਿਵ ਸੋਚ ਜਾਂ ਚੰਗੀ ਸੋਚ ਨਹੀਂ ਰੱਖਦੀਆਂ ਹਨ, ਤੇ ਕਿੰਨਾ ਨੈਗੇਟਿਵ ਵਾਯੂਮੰਡਲ ਬਣਦਾ ਹੈ, ਇਹ ਨਹੀਂ ਸੋਚਦੀਆਂ ਨਾ। ਆਨੰਦ। ਬਾਪੂ ਜੀ, ਇਹ ਤੇ ਉਹ ਗੱਲ ਹੋਈ ਕਿ ਪਰਮਾਤਮਾ ਦੇ ਨਾਂ ਦੀ ਮਾਲਾ ਸਾਰੇ ਦਿਨ ਫੇਰੀ ਅਤੇ ਸ਼ਾਮ ਨੂੰ ਆ ਕੇ ਆਪਣੇ ਹੀ ਲੋਕਾਂ ਨਾਲ ਲੜਾਈ ਕਰ ਲਈ। ਬਾਪੂ ਜੀ ਵੇਖੋ, ਮੈਂ ਜ਼ਿਆਦਾਤਰ ਆਪਣੀ ਪ੍ਰੈਕਟੀਕਲ ਲਾਈਫ ਤੇ ਇਹ ਮਹਿਸੂਸ ਕੀਤਾ ਹੈ ਕਿ ਮਾਲਾ ਫੇਰਨ ਵਾਲਿਆਂ ਦੀ ਬੁੱਧ ਤੇ ਇੱਧਰ ਉੱਧਰ ਭਟਕਦੀ ਰਹਿੰਦੀ ਹੈ। ਜਿਸ ਦੇ ਨਾਂ ਦੀ ਮਾਲਾ ਜਪਦੇ ਹਨ, ਉਸ ਤੇ ਬੁੱਧ ਬਹੁਤ ਘੱਟ ਲੱਗਦੀ ਹੈ, 1% ਵੀ ਨਹੀਂ ਜਾਂਦੀ। ਆਨੰਦ। ਸਪੋਜ਼ ਅਗਰ ਮੰਨ ਲਿਆ ਜਾਏ ਕਿ 1% ਨਾ ਜਪ ਕੇ ਥੋੜਾ ਪੁੰਨ ਦਾ ਖਾਤਾ ਇਕੱਠਾ ਹੋ ਵੀ ਗਿਆ, ਪਰ ਫਿਰ ਨੈਗੇਟਿਵ ਸੋਚ ਤੇ ਐਨਰਜੀ ਵੇਸਟ ਕੀਤੀ ਅਤੇ ਪੁੰਨ ਦਾ ਅਕਾਊਂਟ ਫਿਰ ਖਤਮ ਹੋ ਗਿਆ। ਬਾਪੂ ਜੀ ਅੱਜ ਕੱਲ੍ਹ ਕਿਸੇ ਦੀ ਵੀ ਮਾਲਾ ਜਪਣ ਤੋਂ ਐਨਰਜੀ ਨਹੀਂ ਆਉਂਦੀ, ਕਿਉਂਕਿ ਕਿਸੇ ਕੋਲ ਐਨਰਜੀ ਹੈ ਹੀ ਨਹੀਂ ਜਿਹੜੀ ਉਸ ਨੂੰ ਐਨਰਜੀ ਮਿਲੇ। ਅੱਜ ਕੱਲ੍ਹ ਲੱਖਾਂ ਭਗਵਾਨ ਬਣ ਕੇ ਬੈਠੇ ਹਨ ਤੇ ਲੋਕੀ ਲੱਖਾਂ ਭਗਵਾਨਾਂ ਦੀ ਮਾਲਾ ਜਪ ਰਹੇ ਹਨ। ਲੱਖਾਂ ਮੰਦਿਰ ਬਣ ਦਿੱਤੇ, ਧਰਮ ਸਥਾਨ ਕਿੰਨੇ ਬਣਾ ਦਿੱਤੇ। ਅੱਜ ਦੁਨੀਆ ਤੇ ਪਿਛਲੇ 25 ਜਾਂ 25 ਈਅਰਸ ਤੇ ਜਿੰਨੇ ਧਰਮ ਸਥਾਨ ਬਣੇ ਹਨ ਤੇ ਉਨੀ ਹੀ ਦੁਨੀਆ ਡਿੱਗਦੀ ਕਲਾ ਤੇ ਜਾ ਰਹੀ ਹੈ, ਉਨੀ ਹੀ ਦੁਨੀਆ ਤੇ ਨੈਗੇਟਿਵਿਟੀ ਜਾ ਰਹੀ ਹੈ। ਆਨੰਦ। ਇਸ ਦਾ ਕੀ ਕਾਰਨ ਹੈ? ਬਾਪੂ ਜੀ
ਕਿਉਂਕਿ ਮਨੁੱਖਾਂ ਦੀ ਸੋਚ ਨੈਗੇਟਿਵ ਜਾਂ ਬੁਰੀ ਹੈ। ਨੈਗੇਟਿਵ ਸੋਚ ਹੀ ਵਾਯੂਮੰਡਲ ਖਰਾਬ ਕਰਦੀ ਹੈ। ਇਸ ਕਰਕੇ ਨੈਗੇਟਿਵ ਸੋਚ ਨੂੰ ਬਦਲਣ ਕੇ ਪੋਜ਼ਿਟਿਵ ਜਾਂ ਚੰਗੀ ਸੋਚ ਰੱਖਣੀ ਚਾਹੀਦੀ। ਆਨੰਦ ਬਾਪੂ ਜੀ, ਕਰਮਾਂ ਦਾ ਜੋ ਫਲ ਹੈ ਉਹ ਕਿਸ ਤਰ੍ਹਾਂ ਮਿਲਦਾ ਹੈ ਅਤੇ ਕੀ ਐਸੀ ਜਨਮ ਤੇ ਮਿਲਦਾ ਹੈ? ਬਾਪੂ ਜੀ, ਪਹਿਲਾ ਕਰਮ ਕਿਸ ਨੂੰ ਤੁਹਾਡੀ ਆਤਮਾ ਤੇ ਜਾਂ ਕਾਰਨ ਸਰੀਰ ਤੇ ਕਿਸ ਤਰ੍ਹਾਂ ਰਿਕਾਰਡ ਹੁੰਦਾ ਹੈ? ਕਰਮ ਦੀ ਰਿਕਾਰਡਿੰਗ ਤੁਹਾਡੇ ਕਾਰਨ ਸਰੀਰ ਤੇ ਜਦੋਂ ਹੋ ਜਾਂਦੀ ਹੈ, ਫਿਰ ਕਰਮ ਦਾ ਫਲ ਤੇ ਸਮਾਂ ਆਉਣ ਤੇ ਤੁਹਾਡੇ ਸੰਚਿਤ ਕਰਮ ਯਾਨੀ ਜਮ੍ਹਾਂ ਖਾਤੇ ਤੇ ਜਮ੍ਹਾਂ ਹੋ ਜਾਂਦਾ ਹੈ ਤੇ ਉਹ ਫਲ ਕਈ ਜਨਮਾਂ ਦੇ ਬਾਅਦ ਵੀ ਮਿਲਦਾ ਹੈ ਅਤੇ ਕਦੀ-ਕਦੀ ਥੋੜ੍ਹੇ ਟਾਈਮ ਬਾਅਦ ਵੀ ਮਿਲ ਜਾਂਦਾ ਹੈ। ਪਰ ਇਸ ਤਰ੍ਹਾਂ ਨਹੀਂ ਹੈ ਕਿ ਹੁਣੇ ਕੀਤਾ ਤੇ ਹੁਣੇ ਮਿਲ ਗਿਆ। ਉਹ ਕਰਮ ਸੰਚਿਤ ਕਰਮ ਬਣ ਕੇ ਆਤਮਾ ਤੇ ਰਿਕਾਰਡ ਹੁੰਦਾ ਹੈ। ਤੇ ਫਲ ਕਿਸ ਤਰ੍ਹਾਂ ਮਿਲਦਾ ਹੈ? ਜਿਸ ਤਰ੍ਹਾਂ ਕਿ ਨੈਗੇਟਿਵ ਜਾਂ ਬੁਰੀ ਸੋਚ ਵਾਲਾ ਕਰਮ ਹੈ ਤੇ ਤੁਹਾਡਾ ਸੂਖਮ ਸਰੀਰ ਨੈਗੇਟਿਵ ਬਣ ਜਾਂਦਾ ਹੈ। ਤੇ ਜਦੋਂ ਤੁਹਾਡਾ ਸੂਖਮ ਸਰੀਰ ਨੈਗੇਟਿਵ ਬਣਦਾ ਹੈ ਤੇ ਤੁਹਾਡਾ ਜੋ ਔਰਾ ਹੁੰਦਾ ਹੈ, ਯਾਨੀ ਸੂਖਮ ਸਰੀਰ ਮਤਲਬ ਔਰਾ, ਉਹ ਨੈਗੇਟਿਵ ਕਾਲਾ ਔਰਾ ਹੋ ਜਾਂਦਾ ਹੈ। ਨੈਗੇਟਿਵ ਸੋਚਣ ਦੇ ਕਾਰਨ ਤੁਹਾਡੇ ਆਸ-ਪਾਸ ਨੈਗੇਟਿਵ ਵਾਯੂਮੰਡਲ ਬਣਦਾ ਹੈ। ਹੁਣ ਮਨੁੱਖ ਆਤਮਾ ਦੀ ਨੈਗੇਟਿਵ ਸੋਚ ਤੋਂ ਨੈਗੇਟਿਵ ਵਾਯੂਮੰਡਲ ਬਣਿਆ ਤੇ ਤੁਹਾਡਾ ਔਰਾ ਹੁਣ ਨੈਗੇਟਿਵ ਵਾਯੂਮੰਡਲ ਤੋਂ ਬਲੈਕ ਕਾਸਮਿਕ ਯਾਨੀ ਬੁਰੇ ਸੰਕਲਪ ਵਾਯੂਮੰਡਲ ਦੇ ਅੰਦਰ ਤੋਂ ਆਪਣੇ ਅੰਦਰ ਖਿੱਚੇਗਾ। ਤੁਸੀਂ ਨੈਗੇਟਿਵ ਸੋਚਿਆ, ਵੇਖੋ ਇੱਕ ਤੇ ਤੁਸੀਂ ਵਾਯੂਮੰਡਲ ਖਰਾਬ ਕੀਤਾ। ਹੁਣ ਜਿੱਥੇ ਵੀ ਤੁਹਾਡੇ ਨੈਗੇਟਿਵ ਸੰਕਲਪ ਗਏ, ਵਾਯੂਮੰਡਲ ਖਰਾਬ ਕੀਤਾ। ਵਾਯੂਮੰਡਲ ਦੇ ਹਰ ਇੱਕ ਤੱਤ ਤੇ ਇੱਕ ਸੈੱਲ ਤੇ ਨੈਗੇਟਿਵ ਸੋਚ ਰਿਕਾਰਡ ਕਰ ਦਿੱਤੀ ਅਤੇ ਤੁਹਾਡਾ ਔਰਾ ਖਰਾਬ ਹੋਇਆ। ਹੁਣ ਵਾਯੂਮੰਡਲ ਤੋਂ ਚਾਰੋਂ ਪਾਸੇ ਤੋਂ ਤੁਹਾਡਾ ਔਰਾ ਨੈਗੇਟਿਵ ਵਾਈਬ੍ਰੇਸ਼ਨਸ ਫੜ ਕੇ ਬਲੈਕ ਕਾਸਮਿਕ ਅੰਦਰੋਂ ਆਬਜ਼ਰਵ ਕਰੇਗਾ ਤੇ ਤੁਹਾਡਾ ਸੂਖਮ ਸਰੀਰ ਹੋਰ ਵੀ ਬਲੈਕ ਹੋ ਜਾਏਗਾ, ਯਾਨੀ ਤੁਸੀਂ ਹੋਰ ਵੀ ਬੁਰੀ ਸੋਚ ਵਾਲੀ ਆਤਮਾ ਬਣ ਜਾਓਗੇ। ਆਨੰਦ ਤੇ ਬਾਪੂ ਜੀ, ਕੀ ਇਹ ਆਤਮਾ ਦੇ ਨੈਗੇਟਿਵ ਬਣਨ ਦਾ ਸਿਧਾਂਤ ਹੁਣ ਵੀ ਕੰਮ ਕਰ ਰਿਹਾ ਹੈ? ਬਾਪੂ ਜੀ, ਕਿਉਂਕਿ ਜੋ ਵੀ ਸਿਧਾਂਤ ਜਾਂ ਥਿਊਰੀਆਂ ਹੁੰਦੀਆਂ ਹਨ, ਜਿਸ ਤਰ੍ਹਾਂ ਕਿ ਸੂਖਮ ਤੇ ਤੁਹਾਡੇ ਵਿਕਰਮ ਯਾਨੀ ਬੁਰੇ ਕਰਮ ਕਿਸ ਤਰ੍ਹਾਂ ਬਣਦੇ ਹਨ, ਕਿੱਥੇ ਰਿਕਾਰਡ ਹੁੰਦੇ ਹਨ ਅਤੇ ਕਿਸ ਤਰ੍ਹਾਂ ਕਰਮ ਫਲ ਮਿਲਦੇ ਹਨ, ਇਹ ਸਭ ਜਾਣਨਾ ਜੋ ਕਿ ਬਹੁਤ ਬੇਹੱਦ ਸੂਖਮ ਹੈ, ਜ਼ਰੂਰੀ ਹੈ ਨਾ। ਕਿਉਂਕਿ ਵੇਖੋ, ਪਹਿਲਾਂ ਤੇ ਤੁਹਾਡੀ ਨੈਗੇਟਿਵ ਸੋਚ ਤੋਂ ਮਲਟੀਪਲ ਜਾਂ ਬਹੁ ਗਿਣਤੀ ਤੇ ਨੈਗੇਟਿਵਿਟੀ ਕਿਸ ਤਰ੍ਹਾਂ ਆਉਂਦੀ ਹੈ, ਇਹ ਸੋਚਣਾ ਪਏਗਾ ਨਾ। ਇੱਕ ਐਗਜ਼ਾਮਪਲ ਦਿੰਦਾ ਹਾਂ। ਜਿਸ ਤਰ੍ਹਾਂ ਕਿ ਕੋਈ ਬਹੁਤ ਗੁੱਸਾ ਕਰਦਾ ਹੈ ਤੇ ਉਸ ਦੇ ਲਾਗੇ ਜੋ ਉਸ ਦਾ ਔਰਾ ਹੁੰਦਾ ਹੈ ਉਹ ਰੈੱਡ ਜਾਂ ਲਾਲ ਰੰਗ ਦਾ ਹੋ ਜਾਂਦਾ ਹੈ। ਹੁਣ ਔਰਾ ਰੈੱਡ ਬਣ ਗਿਆ ਅਤੇ ਵਾਯੂਮੰਡਲ ਦੇ ਚਾਰੋਂ ਪਾਸੇ ਗੁੱਸੇ ਦੇ ਵਾਈਬ੍ਰੇਸ਼ਨਸ ਫੈਲ ਗਏ ਤੇ ਹੁਣ ਰੈੱਡ ਜਾਂ ਲਾਲ ਸੰਕਲਪਾਂ ਦਾ ਔਰਾ ਵਾਯੂਮੰਡਲ ਤੋਂ ਰੈੱਡ ਸੰਕਲਪਾਂ ਨੂੰ ਫੈਲਾਏਗਾ ਅਤੇ ਹੁਣ ਉਹ ਮਨੁੱਖ ਹੋਰ ਗੁੱਸਾ ਹੋ ਜਾਏਗਾ। ਜੇਕਰ ਲੋਕੀ ਉਸ ਦੇ ਆਸ-ਪਾਸ ਦੇ ਵਾਯੂਮੰਡਲ ਤੇ ਆਉਣਗੇ ਤੇ ਹੌਲੀ-ਹੌਲੀ ਉਸ ਦੇ ਔਰਾ ਨੂੰ ਆਬਜ਼ਰਵ ਕਰਨਗੇ, ਇਸ ਤਰ੍ਹਾਂ ਉਸ ਦੇ ਕੋਲ ਆਉਣ ਵਾਲੇ ਲੋਕਾਂ ਨੂੰ ਵੀ ਅਸਰ ਹੋਏਗਾ। ਭਾਵੇਂ ਕਿੰਨੇ ਵੀ ਪੋਜ਼ਿਟਿਵ ਸੰਕਲਪਾਂ ਵਾਲੇ ਆਉਣ ਤਾਂ ਵੀ ਉਸ ਨੂੰ ਸ਼ਾਂਤ ਨਹੀਂ ਕਰ ਪਾਉਂਦੇ ਨਾ। ਇਸ ਲਈ 2 ਘੰਟੇ ਜਾਂ 3 ਜਾਂ 4 ਘੰਟੇ ਜਾਂ ਫਿਰ ਪੂਰੇ ਦਿਨ ਤੱਕ ਗੁੱਸਾ ਕਰਨ ਵਾਲਾ ਹੈ, ਉਸ ਨੂੰ ਸ਼ਾਂਤ ਕਰਦੇ ਜਾਂ ਸ਼ਾਂਤ ਹੁੰਦੇ ਬਹੁਤ ਟਾਈਮ ਲੱਗਦਾ ਹੈ। ਆਨੰਦ ਇਸ ਨੂੰ ਕ੍ਰੋਧ ਦੀ ਅਗਨ ਦੱਸਿਆ ਗਿਆ ਹੈ। ਬਾਪੂ ਜੀ, ਭਗਤੀ ਮਾਰਗ ਵਿੱਚ ਤੇ ਦੱਸਿਆ ਗਿਆ ਹੈ ਕਿ ਜੋ ਕ੍ਰੋਧ ਕਰਦਾ ਹੈ ਉਹ ਅਗਲੇ ਜਨਮ ਤੇ ਦੂਸਰਿਆਂ ਦੇ ਸਰੀਰਾਂ ਨੂੰ ਸਾੜਨ ਵਾਲਾ ਚੰਡਾਲ ਬਣਦਾ ਹੈ। ਚੰਡਾਲ ਮਤਲਬ ਦੂਸਰਿਆਂ ਨੂੰ ਦੁੱਖ ਦੇਣ ਵਾਲਾ, ਕਿਉਂਕਿ ਉਹ ਇੱਥੇ ਵੀ ਵਾਯੂਮੰਡਲ ਨੂੰ ਨੈਗੇਟਿਵਿਟੀ ਨਾਲ ਭਰ ਦਿੰਦਾ ਹੈ। ਉਸ ਦੇ ਨੇੜੇ ਜੋ ਵੀ ਜਾਏਗਾ ਉਸ ਨੂੰ ਵੀ ਨੁਕਸਾਨ ਕਰੇਗਾ, ਵਾਯੂਮੰਡਲ ਨੂੰ ਵੀ ਖਰਾਬ ਕਰੇਗਾ
ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਤੁਸੀਂ ਕ੍ਰੋਧ ਕਰਦੇ ਹੋ ਤੇ ਤੁਹਾਡਾ ਹਰ ਕਰਮ, ਹਰ ਵਚਨ ਯਾਨੀ ਬੋਲ, ਹਰ ਮਨ ਦਾ ਭਾਵ ਕ੍ਰੋਧ ਦੀ ਅਗਨ ਨਾਲ ਭਰ ਜਾਂਦਾ ਹੈ। ਇਸ ਕਰਕੇ ਤੁਹਾਡੇ ਸਰੀਰ ਨੂੰ ਵੀ ਨੁਕਸਾਨ ਦਿੰਦਾ ਹੈ, ਤੁਹਾਡੀ ਆਤਮਾ ਨੂੰ ਡਿਫੈਕਟ ਕਰਦਾ ਹੈ ਅਤੇ ਸਾਰੀ ਦੁਨੀਆ ਦੇ ਵਾਯੂਮੰਡਲ ਨੂੰ ਵੀ ਪ੍ਰਭਾਵਿਤ ਕਰਦਾ ਹੈ। ਤੇ ਕ੍ਰੋਧ ਤੇ ਨਹੀਂ ਰਹਿਣਾ ਚਾਹੀਦਾ, ਕਿਉਂਕਿ ਜੋ ਮਨੁੱਖ ਕ੍ਰੋਧ ਦੇ ਕਾਰਨ ਸਾਰੀ ਦੁਨੀਆ ਦੇ ਵਾਤਾਵਰਣ ਨੂੰ ਨੈਗੇਟਿਵ ਕਰਦਾ ਹੈ, ਆਪਣੀ ਬੁਰੀ ਸੋਚ ਨੂੰ ਵਾਯੂਮੰਡਲ ਤੇ ਭਰ ਦਿੰਦਾ ਹੈ ਨਾ, ਕਿਉਂਕਿ ਲੋਕੀ ਵਾਯੂਮੰਡਲ ਤੋਂ ਹੀ ਸਵਾਸ ਲੈਂਦੇ ਹਨ। ਉਹੀ ਨੈਗੇਟਿਵ ਜਾਂ ਬੁਰੀ ਸੋਚ ਵਾਲਾ ਵਾਯੂਮੰਡਲ ਉਹਨਾਂ ਦੇ ਅੰਦਰ ਜਾਂਦਾ ਹੈ ਤੇ ਤੁਸੀਂ ਲੋਕਾਂ ਦੀ ਸੋਚ ਜਾਂ ਵਿਚਾਰਾਂ ਨੂੰ ਬਦਲ ਰਹੇ ਹੋ। ਤੇ ਤੁਹਾਨੂੰ ਕੀ ਸੋਚਣਾ ਚਾਹੀਦਾ? ਤੁਹਾਡੀ ਸਿਰਫ ਇੱਕ ਸੋਚ ਤੋਂ ਹੀ ਕਿੰਨਾ ਵਾਯੂਮੰਡਲ ਨੈਗੇਟਿਵ ਹੋ ਗਿਆ ਅਤੇ ਇਸ ਕਰਕੇ ਤੁਸੀਂ ਲੋਕਾਂ ਦੀ ਸੋਚ ਕਿੰਨੀ ਬੁਰੀ ਕਰ ਦਿੱਤੀ ਜਾਂ ਤੁਸੀਂ ਕਿੰਨਾ ਬੁਰਾ ਸੋਚਦੇ ਹੋ। ਇਹ ਸਭ ਤੁਹਾਡੀ ਸੋਚ ਜਾਂ ਵਿਚਾਰਨ ਦੀ ਸ਼ਕਤੀ ਤੋਂ ਪਰੇ ਹੈ। ਤੇ ਇਸ ਤਰ੍ਹਾਂ ਦੇ ਨੈਗੇਟਿਵ ਵਾਯੂਮੰਡਲ ਤੇ ਨੈਗੇਟਿਵ ਸੋਚਣ ਵਾਲੇ ਮਨੁੱਖ ਦਾ ਔਰਾ ਮਲਟੀਪਲ ਜਾਂ ਬਹੁ ਗਿਣਤੀ ਵਾਲਾ ਬਣ ਕੇ ਵਾਯੂਮੰਡਲ ਤੋਂ ਨੈਗੇਟਿਵਿਟੀ ਆਬਜ਼ਰਵ ਜਾਂ ਗ੍ਰਹਿਣ ਕਰੇਗਾ। ਬਲੈਕ ਕਾਸਮਿਕ ਜਾਂ ਬੁਰੇ ਸੰਕਲਪ, ਰੈੱਡ ਕਾਸਮਿਕ ਜਾਂ ਗੁੱਸੇ ਵਾਲੇ ਸੰਕਲਪ ਆਣਗੇ ਅਤੇ ਹੌਲੀ-ਹੌਲੀ ਉਸ ਮਨੁੱਖ ਦਾ ਕਾਰਨ ਸਰੀਰ ਬਹੁਤ ਨੈਗੇਟਿਵ ਹੋ ਜਾਏਗਾ। ਫਿਰ ਉਹ ਆਤਮਾ ਹੌਲੀ-ਹੌਲੀ ਕਰਕੇ ਅਸੁਰੀ ਜਾਂ ਰਾਖਸ਼ਸੀ ਭਾਵਨਾਵਾਂ ਵਾਲੀ ਬਣ ਜਾਏਗੀ। ਆਨੰਦ ਤੇ ਬਾਪੂ ਜੀ, ਇਹ ਗੱਲ ਜੋ ਆਪ ਜੀ ਦੱਸ ਰਹੇ ਹੋ ਨੈਗੇਟਿਵ ਔਰਾ ਦੇ ਬਾਰੇ ਤੇ ਜਾਂ ਨੈਗੇਟਿਵ ਕਾਸਮਿਕ ਲਿਆਉਣ ਦੇ ਜੋ ਮਨੁੱਖ ਨਮਿਤ ਜਾਂ ਸੋਰਸ ਬਣਦੇ ਹਨ, ਉਹਨਾਂ ਦੇ ਬਾਰੇ ਤੇ ਗੱਲ ਕਰਾਂਗਾ ਕਿ ਕਿਹੜੇ ਕਰਮਾਂ ਤੋਂ ਦੁਨੀਆ ਤੇ ਲੜਾਈ, ਯੁੱਧ ਜਾਂ ਵਾਰ ਹੁੰਦੇ ਹਨ ਅਤੇ ਕਿਹੜੇ ਕਰਮਾਂ ਤੋਂ ਨੈਚੁਰਲ ਡਿਜ਼ਾਸਟਰ ਹੁੰਦੇ ਹਨ। ਬਾਪੂ ਜੀ, ਇਹ ਕੁਦਰਤ ਦੇ ਪੰਜੋਂ ਤੱਤ ਮਨੁੱਖ ਆਤਮਾਵਾਂ ਦੀ ਸੋਚ ਤੋਂ ਪ੍ਰਭਾਵਿਤ ਹੁੰਦੇ ਹਨ। ਜਿਸ ਤਰ੍ਹਾਂ ਦਾ ਵਾਯੂਮੰਡਲ ਹੁੰਦਾ ਹੈ, ਉਸੇ ਤਰ੍ਹਾਂ ਦੀ ਕੁਦਰਤ ਜਾਂ ਪ੍ਰਕਿਰਤੀ ਬਣਦੀ ਹੈ। ਜਿਸ ਤਰ੍ਹਾਂ ਕਿ ਵਾਯੂ ਤੱਤ ਹੈ ਤੇ ਵਾਯੂਮੰਡਲ ਦੇ ਇੱਕ ਸੈੱਲ ਤੇ ਨੈਗੇਟਿਵਿਟੀ ਭਰੀ ਹੈ ਤੇ ਉਸ ਦੇ ਕਰਕੇ ਸਾਈਕਲੋਨ ਜਾਂ ਤੂਫਾਨ ਆਏਗਾ। ਇਸੇ ਤਰ੍ਹਾਂ ਨੈਗੇਟਿਵਿਟੀ ਧਰਤੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਨੈਚੁਰਲ ਕਲੈਮਿਟੀਜ਼ ਜਾਂ ਕੁਦਰਤੀ ਵਿਪਦਾਵਾਂ ਜੋ ਆਉਂਦੀਆਂ ਹਨ, ਉਹ ਵੀ ਨੈਗੇਟਿਵ ਸੋਚ ਤੋਂ ਆਉਂਦੀਆਂ ਹਨ, ਨੈਗੇਟਿਵ ਵਾਯੂਮੰਡਲ ਤੋਂ ਆਉਂਦੀਆਂ ਹਨ। ਆਨੰਦ ਤੇ ਕਿ ਅਸੀਂ ਇਹ ਮੰਨ ਲਈਏ ਕਿ ਕਿਸੇ ਜਗ੍ਹਾ ਤੇ ਭੂਕੰਪ ਜ਼ਿਆਦਾ ਆ ਰਹੇ ਹਨ, ਡਿਜ਼ਾਸਟਰ ਜਾਂ ਵਿਨਾਸ਼ ਜ਼ਿਆਦਾ ਹੋ ਰਹੇ ਹਨ ਤੇ ਉੱਥੇ ਦੇ ਲੋਕਾਂ ਦੀ ਜੋ ਸੋਚ ਹੈ ਯਾਨੀ ਕਲੈਕਟਿਵ ਜਾਂ ਸਮੂਹਿਕ ਸੋਚ ਜੋ ਹੈ ਉਹ ਖਰਾਬ ਹੋਏਗੀ। ਕੀ ਇਹ ਗੱਲ ਮੰਨ ਸਕਦੇ ਹਾਂ? ਬਾਪੂ ਜੀ, ਹਾਂ ਜ਼ਰੂਰ। ਉਸ ਜਗ੍ਹਾ ਤੇ ਜੋ ਨੈਚੁਰਲ ਕਲੈਮਿਟੀ ਜਾਂ ਕੁਦਰਤੀ ਵਿਪਦਾਵਾਂ ਆ ਰਹੀਆਂ ਹਨ ਤੇ ਕਈ ਹਜ਼ਾਰ ਮਨੁੱਖਾਂ ਦੇ ਨੈਗੇਟਿਵ ਪ੍ਰਭਾਵ ਤੋਂ ਉੱਥੇ ਨੈਚੁਰਲ ਡਿਜ਼ਾਸਟਰ ਆਉਂਦੇ ਹਨ ਅਤੇ ਜੋ ਕਲੈਕਟਿਵ ਥਿੰਕਿੰਗ ਜਾਂ ਸਮੂਹਿਕ ਸੋਚ ਹੁੰਦੀ ਹੈ ਲੋਕਾਂ ਦੀ, ਉਹ ਹੀ ਕੁਦਰਤ ਨੂੰ ਪ੍ਰਭਾਵਿਤ ਕਰਕੇ ਕਰਮਾਂ ਦੀ ਥਿਊਰੀ ਉਸ ਨੂੰ ਨੁਕਸਾਨ ਕਰਦੀ ਹੈ। ਅੱਜ ਜੋ ਸੁਨਾਮੀ ਆਉਂਦੀ ਹੈ ਤੇ ਕਿਸ ਦੇ ਪ੍ਰਭਾਵ ਤੋਂ ਆਉਂਦੀ ਹੈ? ਆਨੰਦ, ਇਹ ਤੇ ਬਹੁਤ ਇੰਪੋਰਟੈਂਟ ਕੁਐਸਚਨ ਹੈ। ਦੁਨੀਆ ਤੇ ਇਸ ਗੱਲ ਨੂੰ ਕੋਈ ਨਹੀਂ ਜਾਣਦਾ ਜੋ ਆਪ ਜੀ ਦੱਸ ਰਹੇ ਹੋ। ਬਾਪੂ ਜੀ, ਇੱਕ ਸਧਾਰਨ ਐਗਜ਼ਾਮਪਲ ਦਿੰਦਾ ਹਾਂ ਕਿ ਜਿਸ ਤਰ੍ਹਾਂ ਹਿੰਦੂ ਸ਼ਾਸਤਰਾਂ ਤੇ ਲਿਖਿਆ ਹੈ ਕਿ ਸਤਯੁਗ ਦੇ ਅੰਦਰ ਨੈਗੇਟਿਵ ਸੋਚ ਨਹੀਂ ਸੀ, ਪੋਜ਼ਿਟਿਵ ਜਾਂ ਚੰਗੀ ਸੋਚ ਸੀ। ਆਤਮਾ ਦੀ ਸਟੇਜ ਸਤੋ ਪ੍ਰਧਾਨ ਸੀ, ਸੋਚ ਚੰਗੀ ਸੀ, ਪੋਜ਼ਿਟਿਵ ਸੀ ਤੇ ਵਾਯੂਮੰਡਲ ਪੋਜ਼ਿਟਿਵ ਸੀ। ਤੇ ਇਸ ਤਰ੍ਹਾਂ ਦੀ ਨੈਚੁਰਲ ਕਲੈਮਿਟੀ ਐਨੀ ਨਹੀਂ ਆਉਂਦੀ ਸੀ। ਧਰਤੀ ਸਤੋ ਪ੍ਰਧਾਨ ਜਾਂ ਚੰਗੇ ਗੁਣਾਂ ਵਾਲੀ ਹੁੰਦੀ ਸੀ। ਸਭ ਕੁਝ ਪੰਜੋਂ ਤੱਤ ਸਭ ਸਤੋ ਪ੍ਰਧਾਨ ਸਨ, ਯਾਨੀ ਚੰਗੇ ਸਨ। ਹੁਣ ਵੇਖੋ ਨੇਚਰ ਕਿਸ ਤੋਂ ਬਣਦੀ ਹੈ। ਅਸੀਂ ਨੇਚਰ ਸੁਭਾਅ ਨੂੰ ਕਹਿੰਦੇ ਹਾਂ। ਮਨੁੱਖ ਆਤਮਾਵਾਂ ਦਾ ਜਿਸ ਤਰ੍ਹਾਂ ਦਾ ਸੁਭਾਅ ਹੁੰਦਾ ਹੈ ਉਸੇ ਤਰ੍ਹਾਂ ਦੀ ਕੁਦਰਤ ਹੋ ਜਾਂਦੀ ਹੈ, ਕਿਉਂਕਿ ਮਨੁੱਖ ਦੀ ਨੇਚਰ ਦਾ ਇਫੈਕਟ ਪ੍ਰਕਿਰਤੀ ਜਾਂ ਕੁਦਰਤ ਤੇ ਪੈਂਦਾ ਹੈ।
ਸਾਰੀਆਂ ਮਨੁੱਖ ਆਤਮਾਵਾਂ ਦੀ ਨੇਚਰ ਦਾ ਇਫੈਕਟ ਕੁਦਰਤ ਦੇ 5 ਤੱਤਾਂ ਤੇ ਪੈਂਦਾ ਹੈ। ਜਿਸ ਤਰ੍ਹਾਂ ਸਤਜੁਗ ਤੇ ਨੈਗੇਟਿਵ ਜਾਂ ਬੁਰੀ ਸੋਚ ਨਹੀਂ ਹੁੰਦੀ, ਐਸੀ ਤਰ੍ਹਾਂ ਜਦੋਂ ਤ੍ਰੇਤਾ, ਦੁਆਪਰ ਅਤੇ ਕਲਯੁਗ ਆਉਂਦੇ ਹਨ, ਉਦੋਂ ਸੋਚ ਤੇ ਫਰਕ ਪੈਂਦਾ ਜਾਂਦਾ ਹੈ। ਤ੍ਰੇਤਾ ਤੇ ਨੈਗੇਟਿਵ ਸੋਚ ਥੋੜ੍ਹੀ ਥੋੜ੍ਹੀ ਵੱਧਦੀ ਜਾਂਦੀ ਹੈ। ਦੁਆਪਰ ਤੇ 2 ਪਰ ਹੋ ਜਾਂਦੇ ਹਨ। ਉਸ ਤੇ ਧਰਮ ਸੰਬੰਧੀ ਮਾਮਲਿਆਂ ਤੇ ਗੜਬੜ ਹੋ ਜਾਂਦੀ ਹੈ। ਪਹਿਲਾਂ ਅਦਵੈਤਵਾਦ ਸੀ। ਅਦਵੈਤਵਾਦ ਤੇ ਇੱਕ ਧਰਮ ਨੂੰ ਹੀ ਸਾਰੇ ਮੰਨਦੇ ਸਨ। ਬਾਅਦ ਤੇ 2 ਨੂੰ ਮੰਨਣ ਲੱਗੇ। ਫਿਰ ਕਲਯੁਗ ਤੇ ਅਨੇਕਾਂ ਧਰਮਾਂ ਨੂੰ ਮੰਨਣ ਲੱਗੇ ਅਤੇ ਅਨੇਕਾਂ ਭਗਵਾਨ ਬਣ ਗਏ ਹਨ। ਤੇ ਨੈਗੇਟਿਵ ਸੋਚ ਵਾਯੂਮੰਡਲ ਤੇ ਹੁੰਦੀ ਗਈ। ਫਿਰ ਧਰਮ ਯੁੱਧ ਹੋਏ, ਇਹ ਤੇਰਾ ਭਗਵਾਨ, ਇਹ ਮੇਰਾ ਭਗਵਾਨ, ਤੇ ਇਸ ਤਰ੍ਹਾਂ ਨੈਗੇਟਿਵ ਸੋਚ ਹੌਲੀ ਹੌਲੀ ਬਣਦੀ ਗਈ। ਨੈਗੇਟਿਵ ਸੋਚ ਤੋਂ ਨੈਗੇਟਿਵ ਵਾਯੂਮੰਡਲ ਬਣਿਆ ਅਤੇ ਵਾਯੂਮੰਡਲ ਦੇ ਅੰਦਰ ਹਰ ਵਾਯੂ ਤੱਤ ਦੇ ਇੱਕ ਸੈੱਲ ਦੇ ਅੰਦਰ ਨੈਗੇਟਿਵਿਟੀ ਭਰੀ ਹੈ। ਤੇ ਹਰ ਮਨੁੱਖ, ਯਾਨੀ ਇੱਥੋਂ ਤੱਕ ਕੋਈ ਯੋਗੀ ਵੀ ਜਦੋਂ ਸਵਾਸ ਲੈਂਦਾ ਹੈ ਤੇ ਉਸ ਦਾ ਪ੍ਰਾਣਮय ਸਰੀਰ ਯਾਨੀ ਵਾਯੂ ਤੱਤ ਦਾ ਸਰੀਰ ਨੈਗੇਟਿਵ ਬਣ ਜਾਂਦਾ ਹੈ, ਕਿਉਂਕਿ ਉਸ ਦੇ ਪ੍ਰਾਣਮय ਸਰੀਰ ਦੇ ਅੰਦਰ ਵੀ ਨੈਗੇਟਿਵਿਟੀ ਜਾਂਦੀ ਹੈ। ਨੈਗੇਟਿਵ ਲੋਕਾਂ ਦੀ ਸੋਚ ਅੰਦਰ ਜਾਂਦੀ ਹੈ ਤੇ ਉਸ ਦੀ ਵੀ ਸੋਚ ਬਦਲ ਜਾਂਦੀ ਹੈ। ਯੋਗੀ ਵੀ ਭੋਗੀ ਹੋ ਜਾਂਦਾ ਹੈ। ਇਸ ਲਈ ਕਲਯੁਗ ਦੇ ਅੰਦਰ ਜੋ ਨੈਗੇਟਿਵ ਪ੍ਰਭਾਵ ਹੈ, ਜੇਕਰ ਕੋਈ ਕਵੇ ਕਿ ਮੈਂ ਨੈਗੇਟਿਵ ਪ੍ਰਭਾਵ ਤੋਂ ਜਾਂ ਇਸ ਨੈਗੇਟਿਵ ਵਾਯੂਮੰਡਲ ਦੇ ਪ੍ਰਭਾਵ ਤੋਂ ਮੁਕਤ ਹੋਣਾ ਚਾਹੁੰਦਾ ਹਾਂ, ਤੇ ਕਿਸ ਤਰ੍ਹਾਂ ਮੁਕਤ ਹੋਏਗਾ? ਆਨੰਦ, ਇਹ ਤੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਬਾਪੂ ਜੀ, ਕਿਉਂਕਿ ਨੈਗੇਟਿਵ ਵਾਯੂਮੰਡਲ ਦੇ ਪ੍ਰਭਾਵ ਤੋਂ ਮੁਕਤੀ ਲੈਣ ਦੇ ਲਈ ਤੁਹਾਡੀ ਆਤਮਾ ਦੇ ਅੰਦਰ ਪਾਵਰ ਚਾਹੀਦੀ, ਕਿਉਂਕਿ ਤੁਹਾਡੀ ਆਤਮਾ ਤਮੋ ਪ੍ਰਧਾਨ ਬਣ ਗਈ ਹੈ, ਯਾਨੀ ਨੈਗੇਟਿਵ ਬਣ ਗਈ ਹੈ। ਦੁੱਖ ਦੇਣ ਵਾਲੀ ਆਤਮਾ ਬਣ ਗਈ। ਤੁਹਾਡੀ ਆਤਮਾ ਦੀ ਜੋ ਸਟੇਜ ਹੈ, ਯਾਨੀ ਜਿਸ ਤਰ੍ਹਾਂ ਦੇ ਸੁਭਾਅ ਵਾਲੀ ਤੁਹਾਡੀ ਆਤਮਾ ਹੈ, ਉਹੀ ਦੁਨੀਆ ਦੇ ਵਿੱਚ ਤੁਹਾਡੀ ਨੇਚਰ ਬਣ ਗਈ ਹੈ। ਐਸੀ ਕਰਕੇ ਲੋਕਾਂ ਦੇ ਸੁਭਾਅ, ਸੰਸਕਾਰ ਨੈਗੇਟਿਵ ਹੋ ਗਏ ਹਨ। ਹੁਣ ਸਾਰੀ ਦੁਨੀਆ ਦੀ ਸੋਚ ਬਦਲੇ ਤੇ ਦੁਨੀਆ ਬਦਲੇਗੀ ਨਾ। 1-2 ਆਤਮਾਵਾਂ ਦੀ ਸੋਚ ਬਦਲਣ ਨਾਲ ਕੁਝ ਨਹੀਂ ਹੋਏਗਾ। ਆਨੰਦ, ਬਾਪੂ ਜੀ, ਤੇ ਇਸ ਗੱਲ ਨੂੰ ਮੈਂ ਇਸ ਤਰ੍ਹਾਂ ਕਹਿ ਸਕਦਾ ਹਾਂ ਕਿ ਜੇਕਰ ਮੈਨੂੰ ਬਾਹਰ ਦੀ ਦੁਨੀਆ ਦਾ ਪ੍ਰਭਾਵ ਰੋਕਣਾ ਹੈ ਤੇ ਪਹਿਲਾਂ ਮੈਨੂੰ ਆਪਣੇ ਅੰਦਰ ਦੀ ਦੁਨੀਆ ਬਦਲਣੀ ਹੋਏਗੀ। ਬਾਪੂ ਜੀ, ਵੇਖੋ, ਗਿਆਨ ਮਾਰਗ ਇਹ ਕਹਿੰਦਾ ਹੈ ਕਿ ਜਦੋਂ ਤੁਹਾਡੀ ਆਤਮਾ ਦੇ ਅੰਦਰ ਪਾਵਰ ਆਏ ਅਤੇ ਤੁਸੀਂ ਆਤਮਾ ਦਾ ਔਰਾ ਵੀ ਸੀਲ ਕੀਤਾ ਹੋਵੇ ਤੇ ਆਤਮਾ ਦੇ ਔਰੇ ਦੇ ਅੰਦਰ ਜੋ ਨੈਗੇਟਿਵਿਟੀ ਭਰੀ ਹੈ ਉਹ ਖਤਮ ਹੋਣ ਲੱਗੇਗੀ। ਪਹਿਲਾਂ ਤੇ ਤੁਹਾਡਾ ਨੇਚਰ ਜਾਂ ਸੁਭਾਅ ਬਦਲੇਗਾ, ਫਿਰ ਤੁਹਾਡੇ ਹੌਲੀ ਹੌਲੀ ਸੰਸਕਾਰ ਬਦਲਣਗੇ। ਤੁਸੀਂ ਨਿਸੰਕਲਪ ਯਾਨੀ ਵਿਚਾਰਾਂ ਤੋਂ ਰਹਿਤ ਬਣੋਗੇ, ਸ਼ਾਂਤ ਸਰੂਪ ਬਣੋਗੇ। ਹੁਣ ਆਤਮਾ ਦੇ ਅੰਦਰ ਪਾਵਰ ਜਾਂ ਸ਼ਕਤੀ ਸਿਰਫ ਆਲਮਾਈਟੀ ਅਥਾਰਟੀ ਤੋਂ ਹੀ ਮਿਲ ਸਕਦੀ ਹੈ, ਬਾਕੀ ਕਿਸੇ ਤੋਂ ਵੀ ਨਹੀਂ ਮਿਲ ਸਕਦੀ। ਅੱਜ ਦੀ ਤਰੀਕ ਤੇ ਨਹੀਂ ਤੇ ਅੱਜ ਇੰਨੇ ਧਰਮ ਬਣੇ ਹਨ ਤੇ ਧਰਤੀ ਤੇ ਪੋਜ਼ਿਟਿਵਿਟੀ ਆਣੀ ਚਾਹੀਦੀ ਨਾ। ਹੁਣੇ ਇਹ ਪਿਛਲੇ 25 ਸਾਲਾਂ ਯਾਨੀ 25 ਇਅਰਸ ਤੇ ਬੇਹਿਸਾਬ ਧਰਮ ਸਥਾਨ ਬਣੇ ਪੂਰੀ ਦੁਨੀਆ ਤੇ। ਆਨੰਦ, ਤੇ ਬਾਪੂ ਜੀ, ਇਸੀ ਗੱਲ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਕਿ ਜਦੋਂ ਪੂਰੀ ਦੁਨੀਆ ਜਾਂ ਦੇਸ਼ ਦੁਖੀ ਹੁੰਦਾ ਹੈ ਤੇ ਉਸ ਦੁੱਖ ਤਕਲੀਫ ਦੇ ਕਾਰਨ ਦੇ ਪਿੱਛੇ ਉਸ ਦੇਸ਼ ਦੀ ਪੂਰੀ ਪ੍ਰਜਾ ਦੀ ਜੋ ਸੋਚ ਹੈ, ਉਸੇ ਹਿਸਾਬ ਨਾਲ ਉਸ ਦਾ ਮਨਿਸਟਰ ਚੁਣਿਆ ਜਾਂਦਾ ਹੈ ਤੇ ਉਹ ਵੀ ਰਾਜ ਕਰਦਾ ਹੈ ਅਤੇ ਉਸੇ ਹਿਸਾਬ ਨਾਲ ਦੇਸ਼ ਤਰੱਕੀ ਕਰਦਾ ਜਾਂ ਦੁਖੀ ਹੁੰਦਾ ਹੈ। ਲੇਕਿਨ ਇਸ ਦੇ ਨਾਲ ਹੀ ਇੱਕ ਹੋਰ ਵੀ ਸਵਾਲ ਹੈ ਕਿ ਪੂਰੀ ਦੁਨੀਆ ਦੇ ਯੁੱਧ ਹੁੰਦੇ ਆਏ ਹਨ, ਲੱਖਾਂ ਮਨੁੱਖ ਮਰਦੇ ਆਏ ਹਨ, ਤੇ ਇਹ ਸਭ ਕਿਸ ਤਰ੍ਹਾਂ ਰੁਕੇਗਾ? ਕਿ ਇਸ ਦੇ ਲਈ ਕੋਈ ਸਪੈਸ਼ਲ ਕਰਮ ਕਰਨੇ ਚਾਹੀਦੇ? ਬਾਪੂ ਜੀ, ਵੇਖੋ, ਰਾਮ ਰਾਵਣ ਦਾ ਵੀ ਯੁੱਧ ਹੋਇਆ ਸੀ ਨਾ ਤ੍ਰੇਤਾ ਦੇ ਅੰਤ ਤੇ। ਆਨੰਦ, ਹਾਂ, ਸੱਤ ਅਤੇ ਅਸੱਤ ਦੇ ਯੁੱਧ ਹੋਏ, ਧਰਮ ਅਧਰਮ ਦੇ ਯੁੱਧ ਹੋਏ, ਹਰ ਟਾਈਪ ਦੇ ਯੁੱਧ ਹੋਏ। ਬਾਪੂ ਜੀ,
ਮੈਂ ਏਲੀਅਨਸ ਦੇ ਵੀਡੀਓਜ਼ ਦੇ ਬਾਰੇ ਐਪੀਸੋਡ ਤੇ ਦੱਸਿਆ ਹੈ ਕਿ ਏਲੀਅਨਸ ਮਤਲਬ ਉੱਪਰੋਂ ਦੀ ਆਉਣ ਵਾਲੇ ਜੋ ਦੇਵਤਾ ਹਨ ਅਤੇ ਅਸੁਰੀ ਜਾਂ ਬੁਰੀ ਸੋਚ ਵਾਲੇ ਦੋਨੋਂ ਹੀ ਉੱਪਰੋਂ ਆਉਂਦੇ ਹਨ। ਧਰਤੀ ਤੇ ਵੀ ਪਿਸ਼ਾਚਾਂ ਦੀ ਪੂਜਾ ਕਰਦੇ ਹਨ ਅਤੇ ਦੇਵਤਿਆਂ ਦੀ ਵੀ ਪੂਜਾ ਕਰਦੇ ਹਨ ਤੇ ਇਹ ਦੋਨੋਂ ਹੀ ਉੱਪਰੋਂ ਹੀ ਆਉਂਦੇ ਹਨ ਤੇ ਇਹਨਾਂ ਦੋਨਾਂ ਨੂੰ ਹੀ ਮੰਨਣ ਵਾਲੇ ਜਦੋਂ ਆਮਣੇ ਸਾਹਮਣੇ ਹੋ ਜਾਂਦੇ ਹਨ ਤੇ ਉਦੋਂ ਧਰਮ ਯੁੱਧ ਹੁੰਦਾ ਹੈ। ਨੈਗੇਟਿਵ ਜਾਂ ਬੁਰੀ ਸੋਚ ਅਤੇ ਪੋਜ਼ਿਟਿਵ ਸੋਚ ਯਾਨੀ ਚੰਗਾ ਸੋਚਣ ਵਾਲਿਆਂ ਦੇ ਵਿਚਕਾਰ ਯੁੱਧ ਹੁੰਦਾ ਹੈ। ਉਦੋਂ ਧਰਮ ਦੇ ਨਾਂ ਤੇ ਅਧਰਮ ਹੁੰਦਾ ਹੈ ਤੇ ਇਸ ਤਰ੍ਹਾਂ ਧਰਮ ਦੇ ਦੋ ਵੱਖ-ਵੱਖ ਹਿੱਸੇ ਹੋ ਗਏ। ਦੁਆਪਰ ਤੋਂ ਪਹਿਲਾਂ ਇਸ ਧਰਤੀ ਤੇ ਸਿਰਫ ਸ਼ਿਵ ਦੀ ਪੂਜਾ ਹੁੰਦੀ ਸੀ। ਰਾਮ ਨੇ ਵੀ ਸ਼ਿਵ ਦੀ ਪੂਜਾ ਕੀਤੀ, ਰਾਮੇਸ਼ਵਰਮ ਤੇ ਸ਼ਿਵਲਿੰਗ ਦੀ ਪੂਜਾ ਕੀਤੀ ਸੀ ਨਾ। ਬਾਅਦ ਤੇ ਜਦੋਂ ਦੁਆਪਰ ਆਇਆ ਤੇ ਧਰਮ ਦੇ ਦੋ ਪਰ ਹੋ ਗਏ, ਅਦਵੈਤਵਾਦ ਤੋਂ ਦਵੈਤਵਾਦ ਹੋ ਗਿਆ। ਲੋਕੀ ਸ਼ਿਵ ਦੀ ਵੀ ਪੂਜਾ ਕਰਦੇ ਸਨ, ਬਾਅਦ ਤੇ ਵਿਸ਼ਨੂੰ ਦੀ ਵੀ ਪੂਜਾ ਕਰਨ ਲੱਗੇ ਤੇ ਧਰਤੀ ਤੇ ਸ਼ਿਵ ਪੰਥੀਆਂ ਅਤੇ ਵੈਸ਼ਨਵ ਪੰਥੀਆਂ ਦੀ ਦੁਆਪਰ ਤੋਂ ਤਕਰੀਬਨ 8,64,000 ਸਾਲ ਯਾਨੀ 8,64,000 ਈਅਰਸ ਦੋਨੋਂ ਪੰਥੀਆਂ ਦੇ ਵਿੱਚ ਬਹੁਤ ਲੜਾਈ ਹੋਈ। ਬਾਅਦ ਤੇ ਸ਼ਿਵ ਪੰਥੀ ਅਤੇ ਵੈਸ਼ਨਵ ਪੰਥੀ ਭਗਤਾਂ ਨੂੰ ਇਹ ਕਹਿਣਾ ਪਿਆ ਕਿ ਸ਼ਿਵ ਅਤੇ ਵਿਸ਼ਨੂੰ ਤੇ ਜ਼ਰਾ ਵੀ ਫਰਕ ਨਹੀਂ ਹੈ। ਆਨੰਦ ਮਤਲਬ ਇੱਕ ਪਿਤਾ ਦੇ ਬੱਚੇ ਆਪਸ ਤੇ ਲੜ ਰਹੇ ਹਨ। ਬਾਪੂ ਜੀ ਅੱਜ ਵੀ ਕਈ ਜੋ ਵੈਸ਼ਨਵ ਪੰਥੀ ਯਾਨੀ ਵਿਸ਼ਨੂੰ ਨੂੰ ਮੰਨਣ ਵਾਲੇ ਹਨ ਉਹ ਸ਼ਿਵ ਸ਼ਬਦ ਵੀ ਨਹੀਂ ਬੋਲਦੇ ਤੇ ਇਸ ਤਰ੍ਹਾਂ ਦੀ ਲੜਾਈਆਂ ਕਦੋਂ ਦੀ ਚੱਲ ਰਹੀਆਂ ਹਨ। ਤ੍ਰੇਤਾ ਤੇ ਵੀ ਰਾਮ ਰਾਵਣ ਦਾ ਯੁੱਧ ਹੋਇਆ ਤੇ ਇਹ ਧਰਤੀ ਤੇ ਜੋ 5 ਤੱਤਾਂ ਦੀ ਦੁਨੀਆ ਹੈ ਇਸ ਤੇ ਹਮੇਸ਼ਾ ਦੇਵਤਿਆਂ ਅਤੇ ਦੈਤਾਂ ਦਾ ਯੁੱਧ ਹੋਇਆ ਹੈ ਨਾ ਤੇ ਇਸ ਦੀ ਵਜ੍ਹਾ ਨੈਗੇਟਿਵ ਸੋਚ ਹੈ ਨਾ। ਕਿੰਨੇ ਦੇਵਾਸਰ ਯਾਨੀ ਦੇਵਤਿਆਂ ਅਤੇ ਅਸੁਰਾਂ ਦੇ ਯੁੱਧ ਹੋਏ। ਸਵਰਗ ਲੋਕ ਤੇ ਵੀ ਅਸੁਰ ਜਾਂ ਦੈਤ ਪਹੁੰਚ ਜਾਂਦੇ ਸਨ, ਦੇਵਤਿਆਂ ਨੂੰ ਸਵਰਗ ਤੋਂ ਭਜਾ ਦਿੰਦੇ ਸਨ, ਇੰਦਰ ਨੂੰ ਵੀ ਭਜਣਾ ਪੈਂਦਾ ਸੀ ਤੇ ਸਵਰਗ ਤੇ ਵੀ ਅਸੁਰਾਂ ਦਾ ਰਾਜ ਹੋ ਜਾਂਦਾ ਸੀ। ਤੇ ਇਹ ਦੇਵਾਸੁਰ ਸੰਗਰਾਮ ਕਦੋਂ ਦੇ ਚੱਲ ਰਹੇ ਹਨ? ਕੋਈ ਇੱਕ ਯੁਗਾਂਤਰ ਤੋਂ ਚੱਲ ਰਹੇ ਨਹੀਂ ਰਹੇ, ਕਈ ਯੁਗਾਂਤਰਾਂ ਤੋਂ ਚੱਲ ਰਹੇ ਹਨ। ਪਰ ਹੁਣ ਜੇਕਰ ਨੈਗੇਟਿਵ ਸੋਚ ਬਦਲਣੀ ਹੈ ਤੇ ਤਿੰਨਾਂ ਲੋਕਾਂ ਨੂੰ ਬਦਲੋ, ਭੂਲੋਕ, ਭੂਵਰ ਲੋਕ, ਸਵਰਗ ਲੋਕ। ਸਵਰਗ ਲੋਕ ਤੇ ਵੀ ਨੈਗੇਟਿਵ ਲੋਕ ਪਹੁੰਚ ਜਾਂਦੇ ਹਨ, ਅਸੁਰ ਪਹੁੰਚ ਗਏ ਤੇ ਤਿੰਨਾਂ ਲੋਕਾਂ ਦੇ ਵਾਯੂਮੰਡਲ ਨੂੰ ਬਦਲੋ, ਫਿਰ ਹੀ ਲੋਕ ਸੁਧਰਨਗੇ ਨਾ। ਆਨੰਦ ਬਾਪੂ ਜੀ ਇਸ ਦੇ ਨਾਲ ਹੀ ਇੱਕ ਇੰਪੋਰਟੈਂਟ ਕੁਐਸਚਨ ਹੈ ਕਿ ਜਿਸ ਤਰ੍ਹਾਂ ਕਿ ਆਪ ਜੀ ਨੇ ਨਵੀਂ ਦੁਨੀਆ ਦੇ ਬਾਰੇ ਤੇ ਦੱਸਿਆ ਹੈ ਕਿ ਨਵੀਂ ਦੁਨੀਆ ਇਸ ਤਰ੍ਹਾਂ ਦੀ ਹੋਏਗੀ ਤੇ ਇਹ ਜੋ ਪੁਰਾਣੀ ਦੁਨੀਆ ਦੇ ਲੋਕਾਂ ਦੇ ਜੋ ਵਾਈਬ੍ਰੇਸ਼ਨਸ ਜਾਂ ਥਾਟਸ ਜਾਂ ਵਿਚਾਰ ਹਨ ਜਾਂ ਨੈਗੇਟਿਵ ਜਾਂ ਬੁਰੇ ਵਿਚਾਰ ਹਨ ਤੇ ਕੀ ਇਹਨਾਂ ਸਾਰਿਆਂ ਲੋਕਾਂ ਨੂੰ ਮੁਕਤੀ ਮਿਲੇਗੀ ਜਾਂ ਜੀਵਨ ਮੁਕਤੀ ਮਿਲੇਗੀ। ਤੇ ਨੈਗੇਟਿਵ ਕਰਮ ਜਾਂ ਨੈਗੇਟਿਵ ਵਾਲੇ ਲੋਕੀ ਨਵੀਂ ਦੁਨੀਆ ਤੇ ਜਾਣਗੇ ਜਾਂ ਉਹਨਾਂ ਨੂੰ ਵੱਖਰੇ ਵੱਖਰੇ ਲੋਕਾਂ ਤੇ ਭੇਜਿਆ ਜਾਏਗਾ ਤੇ ਕੀ ਇਹ ਲੋਕ ਨਵੀਂ ਦੁਨੀਆ ਤੇ ਵੀ ਸਾਰਿਆਂ ਦਾ ਪਿੱਛਾ ਕਰਨਗੇ? ਇਹਨਾਂ ਦਾ ਕੀ ਹੋਏਗਾ? ਬਾਪੂ ਜੀ ਨਹੀਂ, ਜੋ ਪਹਿਲਾਂ ਪ੍ਰੋਸੀਜਰ ਜਾਂ ਪ੍ਰਕਿਰਿਆ ਹੁੰਦੀ ਸੀ ਨਾ ਕਿ ਪੁਰਾਣੀ ਦੁਨੀਆ ਦੀ ਸਮਾਪਤੀ ਅਤੇ ਨਵੀਂ ਦੁਨੀਆ ਦੀ ਸਥਾਪਨਾ, ਪਹਿਲਾਂ ਇਸ ਤਰ੍ਹਾਂ ਕਰਦੇ ਸੀ ਨਾ। ਪਰ ਪਹਿਲਾਂ ਇਸ ਬ੍ਰਹਮੰਡ ਦਾ ਮਾਲਿਕ ਸ਼ਿਵ ਜੋ ਸੀ ਨਾ ਉਹ ਵਿਸ਼ਨੂੰ ਦੇ ਰਾਹੀਂ ਕਰਵਾਉਂਦਾ ਸੀ ਜਾਂ ਫਿਰ ਕਿਸੇ ਦੇ ਰਾਹੀਂ ਉਸ ਨੂੰ ਨਿਮਿਤ ਜਾਂ ਜ਼ਰੀਆ ਬਣਾ ਕੇ ਕਰਵਾਉਂਦਾ ਸੀ। ਧਰਤੀ ਤੇ 4 ਯੁੱਗ ਪੂਰੇ ਹੋਣ ਤੇ ਆਸੁਰੀ ਜਾਂ ਬੁਰੀਆਂ ਸ਼ਕਤੀਆਂ ਦੀ ਸਮਾਪਤੀ ਹੁੰਦੀ ਸੀ। ਇਸੇ ਤਰ੍ਹਾਂ ਕਈ ਯੁਗਾਂਤਰਾਂ ਮਨਵੰਤਰਾਂ ਬਾਅਦ ਬਦਲਾਵ ਹੁੰਦਾ ਸੀ। 14 ਮਨਵੰਤਰਾਂ ਜਾਂ 14 ਮਨਵੰਤਰਾਂ ਬਾਅਦ ਕਲਪ ਪ੍ਰਲੈ ਹੁੰਦੀ ਸੀ, ਮਹਾਕਲਪ ਪ੍ਰਲੈ ਹੁੰਦੀ ਸੀ, ਮਹਾਕਾਲ ਪ੍ਰਲੈ ਹੁੰਦੀ ਸੀ। ਪਰ ਇਸ ਵਾਰ ਪ੍ਰਲੈ ਨਹੀਂ ਹੋਏਗਾ, ਪਰਿਵਰਤਨ ਜਾਂ ਬਦਲਾਵ ਹੋਏਗਾ। ਪਰ ਪਹਿਲਾਂ ਪ੍ਰਲੈ ਹੋਏਗਾ, ਇਸ ਤਰ੍ਹਾਂ ਕਿਉਂ ਸੋਚਿਆ ਗਿਆ? ਕਿਉਂਕਿ ਕਈ ਸੰਸਥਾਵਾਂ ਜਿਨ੍ਹਾਂ ਵਿੱਚੋਂ ਖਾਸ ਸੰਸਥਾ ਜਿਸ ਨੂੰ ਮੈਂ ਜਾਣਦਾ ਹਾਂ ਬ੍ਰਹਮਾ ਕੁਮਾਰੀ ਸੰਸਥਾ ਹੈ, ਉਹਨਾਂ ਦਾ 1936 ਯਾਨੀ 1936 ਤੋਂ
ਇੱਕ ਪਾਇਓਨੀਅਰ ਜਾਂ ਇੱਕ ਅਟਲ ਵਿਸ਼ਵਾਸ ਹੈ ਕਿ ਇਹ ਪੁਰਾਣੀ ਦੁਨੀਆ ਦਾ ਵਿਨਾਸ਼ ਜਾਂ ਸਮਾਪਤੀ ਹੋ ਜਾਏਗੀ ਅਤੇ ਨਵੀਂ ਦੁਨੀਆ ਦੀ ਸਥਾਪਨਾ ਜਾਂ ਸਿਰਜਣਾ ਹੋਏਗੀ। ਸਤਯੁਗ ਆਏਗਾ, ਕਲਯੁਗ ਦਾ ਵਿਨਾਸ਼ ਹੋਏਗਾ। ਤੇ ਇਹਨਾਂ ਨੇ ਜੋ ਨਿਰਾਕਾਰ ਸ਼ਿਵ ਬਾਬਾ ਤੋਂ ਪਾਵਰ ਲਈ, ਨਿਰਾਕਾਰ ਸ਼ਿਵ ਨੂੰ ਯਾਦ ਕਰਨ ਕਰਕੇ ਪਾਵਰ ਤੇ ਆਈ। ਪਰ 1936 ਯਾਨੀ 1936 ਤੋਂ ਇਹਨਾਂ ਨੇ ਵਿਨਾਸ਼ ਦੇ ਲਈ ਯੋਗ ਦੀ ਸ਼ਕਤੀ ਦਾ ਜਾਂ ਵਾਈਬ੍ਰੇਸ਼ਨ ਦਾ ਇਹਨਾਂ ਨੇ ਵਿਨਾਸ਼ ਦੇ ਲਈ ਇਸਤੇਮਾਲ ਕੀਤਾ ਤੇ ਵਿਨਾਸ਼ ਚਾਹੁਣ ਵਾਲਿਆਂ ਨੂੰ ਡਾਇਰੈਕਸ਼ਨ ਮਿਲਿਆ। ਇੰਸਪੀਰੇਸ਼ਨ ਪਾਰਟੀ ਜਾਂ ਵਿਨਾਸ਼ ਦੀ ਪ੍ਰੇਰਨਾ ਦੇਣ ਵਾਲੀ ਪਾਰਟੀ ਜੋ ਹੈ ਉਹ ਬ੍ਰਹਮਾ ਕੁਮਾਰੀਜ਼ ਵਾਲਿਆਂ ਨੂੰ ਕਹਿੰਦੀ ਹੈ ਕਿ ਤੁਹਾਡੇ ਯੋਗ ਦੇ ਬਲ ਤੋਂ ਹੀ ਵਿਨਾਸ਼ ਹੋ ਜਾਏਗਾ। ਸਿਰਫ ਬ੍ਰਹਮਾ ਕੁਮਾਰੀਜ਼ ਵਾਲੇ ਹੀ ਬਚਣਗੇ ਅਤੇ ਬਾਕੀ ਸਾਰੀ ਦੁਨੀਆ ਦਾ ਵਿਨਾਸ਼ ਹੋ ਜਾਏਗਾ। ਬ੍ਰਹਮਾ ਕੁਮਾਰੀਜ਼ ਦੇ ਵੀ ਜੋ ਮੇਨ 9 ਲੱਖ ਯਾਨੀ 9 ਲੱਖ ਆਤਮਾਵਾਂ ਹਨ ਉਹੀ ਬਚਣਗੀਆਂ। 1936 ਤੋਂ ਜਾਂ 1936 ਤੋਂ ਕਹਿ ਰਹੇ ਹਨ ਕਿ ਸਾਰੀ ਦੁਨੀਆ ਦਾ ਵਿਨਾਸ਼ ਹੋ ਜਾਏਗਾ। ਪਹਿਲਾਂ ਕਹਿੰਦੇ ਸਨ 1976 ਜਾਂ 1976 ਤੇ ਵਿਨਾਸ਼ ਹੋ ਜਾਏਗਾ ਤੇ ਇਹ ਲੋਕੀ ਵਿਨਾਸ਼ ਦੇ ਲਈ 8 ਘੰਟੇ 8 ਆਵਰਸ 16 ਘੰਟੇ 16 ਆਵਰਸ 24 ਘੰਟੇ 24 ਆਵਰਸ ਯੋਗ ਕਰਾਉਂਦੇ ਰਹੇ। ਮੈਂ ਉੱਥੇ 1985 ਯਾਨੀ 1985 ਤੇ ਗਿਆ ਸੀ। ਫਿਰ ਥੋੜੇ ਸਾਲ ਉੱਥੇ ਰਿਹਾ। ਉੱਥੇ ਮੈਂ ਉਹਨਾਂ ਦੀ ਨੈਗੇਟਿਵ ਸੋਚ ਅਤੇ 5000 ਸਾਲ ਜਾਂ 5000 ਈਅਰਸ ਦੀ ਥਿਊਰੀ ਅਤੇ ਸ਼ਾਸਤਰਾਂ ਨੂੰ ਝੂਠ ਕਹਿਣ ਦੀ ਕਈ ਗੱਲਾਂ ਪੜ੍ਹੀਆਂ। ਪਰ ਉੱਥੇ ਮੇਰੇ ਸਵਾਲਾਂ ਦੇ ਜਵਾਬ ਨਹੀਂ ਮਿਲੇ ਕਿਉਂਕਿ ਸ਼ਾਸਤਰਾਂ ਦਾ ਤੇ ਬੇਹੱਦ ਦਾ ਸਮਾਂ ਹੈ। ਅਨੰਤ ਕੋਟੀ ਯਾਨੀ ਬੇਅੰਤ ਤਰ੍ਹਾਂ ਦੇ ਬ੍ਰਹਮੰਡ ਹਨ, ਬੇਅੰਤ ਤਰ੍ਹਾਂ ਦੇ ਸ਼ਿਵ ਹਨ। ਅਨੰਤ। ਪਰ ਬਾਪੂ ਜੀ ਇਹਨਾਂ ਬ੍ਰਹਮਾ ਕੁਮਾਰੀਜ਼ ਵਾਲਿਆਂ ਦੀ ਨੈਗੇਟਿਵ ਸੋਚ ਤੋਂ ਕੀ ਹੋਇਆ? ਬਾਪੂ ਜੀ ਤੇ ਇਹਨਾਂ ਦੀ ਨੈਗੇਟਿਵ ਸੋਚ ਤੋਂ ਦੂਸਰਾ ਵਿਸ਼ਵ ਯੁੱਧ ਯਾਨੀ ਸੈਕੰਡ ਵਰਲਡ ਵਾਰ ਹੋ ਗਿਆ ਨਾ। 1936 ਯਾਨੀ 1936 ਦੇ ਬਾਅਦ ਉਹਨਾਂ ਦੇ ਯੋਗ ਬਲ ਤੋਂ ਯਾਨੀ ਯੋਗ ਦੀ ਸ਼ਕਤੀ ਤੋਂ ਰਿਐਕਸ਼ਨ ਹੋਇਆ ਨਾ। ਸੈਕੰਡ ਵਰਲਡ ਵਾਰ ਉਹਨਾਂ ਦੇ ਸੰਕਲਪਾਂ ਜਾਂ ਵਿਨਾਸ਼ ਦੇ ਵਿਚਾਰਾਂ ਕਰਕੇ ਤੇ ਹੋਇਆ। ਫਿਰ ਹੁਣ ਥਰਡ ਵਰਲਡ ਵਾਰ ਦੀ ਤਿਆਰੀ ਹੋਣ ਲੱਗੀ। ਵਿਨਾਸ਼ ਦੇ ਸੋਰਸ ਜਾਂ ਤਰੀਕੇ ਬਣਨ ਲੱਗ ਪਏ ਤੇ ਇਹ ਸਭ ਇਹਨਾਂ ਦੇ ਵਾਈਬ੍ਰੇਸ਼ਨਸ ਤੋਂ ਹੀ ਬਣੇ ਹਨ। ਉਹ ਤੇ ਕਹਿੰਦੇ ਹੀ ਹਨ ਕਿ ਸਾਡੀ ਯੋਗ ਦੀ ਸ਼ਕਤੀ ਤੋਂ ਵਿਨਾਸ਼ ਕਰਨ ਵਾਲੇ ਸਾਧਨ ਬਣਨਗੇ, ਵਿਨਾਸ਼ ਹੋ ਜਾਏਗਾ, ਥਰਡ ਵਰਲਡ ਵਾਰ ਹੋ ਜਾਏਗੀ। ਬ੍ਰਹਮਾ ਕੁਮਾਰੀਜ਼ ਦੀ ਤਰ੍ਹਾਂ ਹੀ ਇੱਕ ਹੋਰ ਸੰਸਥਾ ਜਿੱਥੇ ਰਾਮ ਵਾਲੀ ਆਤਮਾ ਸ਼ੰਕਰ ਦਾ ਰੋਲ ਕਰ ਰਹੀ ਹੈ ਉੱਥੇ ਵੀ ਮੈਂ ਗਿਆ ਤੇ ਬ੍ਰਹਮਾ ਕੁਮਾਰੀਜ਼ ਦੇ 5000 ਸਾਲ ਯਾਨੀ 5000 ਈਅਰਸ ਦਾ ਵਰਲਡ ਡਰਾਮਾ ਵਾਲੀ ਹੀ ਸੋਚ ਚੱਲ ਰਹੀ ਹੈ। ਇਹੀ ਵਿਨਾਸ਼ ਦੇ ਲਈ ਯੋਗ ਕਰ ਰਹੇ ਹਨ। ਮੈਂ ਵੀ ਸ਼ੁਰੂ ਤੇ ਉਹਨਾਂ ਦੇ ਪ੍ਰਭਾਵ ਤੇ ਆ ਗਿਆ ਸੀ, ਪਰ ਜਦੋਂ ਮੈਂ ਇਕੱਲਿਆ ਹੁੰਦਾ ਉਦੋਂ ਮੈਂ ਸੋਚਦਾ ਰਹਿੰਦਾ ਸੀ ਕਿ ਮੈਨੂੰ ਇਹ ਵਿਨਾਸ਼ ਸ਼ਬਦ ਚੰਗਾ ਨਹੀਂ ਲੱਗਦਾ ਸੀ। ਵਿਨਾਸ਼ ਦੇ ਵਾਈਬ੍ਰੇਸ਼ਨ ਕਰਕੇ ਹੀ ਅੱਜ ਵਿਨਾਸ਼ ਦੇ ਸੰਕਲਪ ਜਾਂ ਸੋਚ ਬਣੀ, ਵਿਨਾਸ਼ ਦੇ ਸਾਧਨ ਬਣੇ, ਜਿਸ ਤਰ੍ਹਾਂ ਕਿ ਪਰਮਾਣੂ ਬੰਬ ਬਣੇ, ਕਿਉਂਕਿ ਇਹਨਾਂ ਦੀ ਸ਼ਕਤੀ ਜਾਂ ਪਾਵਰ ਨਿਰਾਕਾਰੀ ਸ਼ਿਵ ਬਾਬਾ ਤੋਂ ਯੋਗ ਕਰਨ ਕਰਕੇ ਥੋੜੀ ਬਹੁਤ ਤੇ ਜ਼ਰੂਰ ਆਂਦੀ ਹੈ। ਅਨੰਤ ਮਤਲਬ ਨਿਰਾਕਾਰ ਸ਼ਿਵ ਨੂੰ ਯਾਦ ਕਰਨ ਕਰਕੇ ਸ਼ਕਤੀ ਆਂਦੀ ਹੈ ਬਾਪੂ ਜੀ। ਪਰ ਉਹਨਾਂ ਨੇ ਯਾਨੀ ਬ੍ਰਹਮਾ ਕੁਮਾਰੀਜ਼ ਵਾਲਿਆਂ ਨੇ ਉਸੀ ਸ਼ਕਤੀ ਦਾ ਗਲਤ ਇਸਤੇਮਾਲ ਕੀਤਾ ਤੇ ਐਸੀ ਕਰਕੇ ਦੁਨੀਆ ਦੀ ਹਾਲਤ ਖਰਾਬ ਹੋ ਗਈ। ਤੇ ਐਸੀ ਕਰਕੇ ਇਹਨਾਂ ਦੀ ਬਾਣੀ ਤੇ ਵੀ ਹੈ ਕਿ ਵਿਨਾਸ਼ਕਾਰੀ ਯਾਨੀ ਵਿਨਾਸ਼ ਜਾਂ ਸਮਾਪਤੀ ਕਰਨ ਵਾਲਾ ਗਰੁੱਪ ਤਿਆਰ ਹੈ ਤੇ ਵਿਨਾਸ਼ਕਾਰੀ ਗਰੁੱਪ ਤੇ ਐਸੀ ਤਰ੍ਹਾਂ ਤਿਆਰ ਹੋਏਗਾ ਨਾ। ਉਹ ਕਹਿੰਦੇ ਹਨ ਕਿ ਵਿਨਾਸ਼ ਦੇ ਲਈ ਯੋਗ ਕਰੋ, 8 ਘੰਟੇ ਜਾਂ 8 ਆਵਰਸ ਯੋਗ ਕਰੋ, ਸਵੇਰੇ 3 ਵਜੇ ਜਾਂ 3 o'clock ਉੱਠ ਕੇ ਯੋਗ ਕਰੋ ਵਿਨਾਸ਼ ਦੇ ਲਈ ਤੇ ਵਿਨਾਸ਼ ਹੋ ਜਾਏਗਾ। ਫਿਰ ਜਦੋਂ ਮੈਂ ਇਕਾਂਤ ਜਾਂ ਇਕੱਲਿਆਂ ਹੁੰਦਾ ਸੀ ਤੇ ਬਹੁਤ ਸੋਚਦਾ ਸੀ। 1997 ਤੋਂ ਯਾਨੀ 1997 ਤੋਂ ਮੇਰੀ ਬਹੁਤ ਸੋਚ ਜਾਂ ਵਿਚਾਰ ਚੱਲੇ ਤੇ ਫਿਰ ਮੈਨੂੰ ਇੱਕ ਬਾਣੀ ਮਿਲੀ ਜੋ ਕਿ ਇਹਨਾਂ ਦੀ ਹੀ ਬਾਣੀ ਸੀ। ਉਸ ਤੇ ਕਿਹਾ ਗਿਆ ਸੀ ਕਿ ਜੋ ਵਿਨਾਸ਼ ਕਹੇਗਾ ਉਸ ਦਾ ਹੀ ਵਿਨਾਸ਼ ਹੋ ਜਾਏਗਾ। ਉਹਨਾਂ ਦੀ ਹਰ ਬਾਣੀ ਤੇ ਇਹ ਗੱਲ ਸੀ
ਕਿ ਤੁਸੀਂ ਸੰਸਾਰ ਦਾ ਬਦਲਾਅ ਕਰਨ ਵਾਲੀਆਂ ਆਤਮਾਵਾਂ ਹੋ, ਜਗਤ ਦੀ ਸੇਵਾ ਕਰਨ ਵਾਲੀਆਂ ਆਤਮਾਵਾਂ ਹੋ। ਤੇ ਫਿਰ ਮੈਂ 1998 यानी 1998 ਤੇ ਇੱਕ ਵਿਸ਼ਵ ਪਰਿਵਰਤਕ ਈਸ਼ਵਰੀਏ ਵਿਸ਼ਵ ਵਿਦਿਆਲੇ ਦੀ ਤਰ੍ਹਾਂ ਦਾ ਇੱਕ ਟਰਸਟ ਜਾਂ ਸੰਸਥਾ ਬਣਾ ਕੇ ਇੱਕ ਆਸ਼ਰਮ ਬਣਾਇਆ ਅਤੇ ਉੱਥੇ ਮੈਂ ਪੋਜ਼ਿਟਿਵ ਜਾਂ ਚੰਗੇ ਵਾਈਬ੍ਰੇਸ਼ਨਸ ਪਾਉਣੇ ਸ਼ੁਰੂ ਕੀਤੇ ਤਾਂ ਕਿ ਵਿਨਾਸ਼ ਨੂੰ ਚੰਗੇ ਸੰਕਲਪਾਂ ਦੇ ਰਾਹੀਂ ਰੋਕਿਆ ਜਾ ਸਕੇ। ਥਰਡ ਵਰਲਡ ਵਾਰ ਨੂੰ ਰੋਕਣ ਵਾਲਾ ਤੇ ਆਲਮਾਈਟੀ ਅਥਾਰਟੀ ਹੀ ਹੈ, ਉਹ ਉੱਪਰੋਂ ਹੀ ਥਰਡ ਵਰਲਡ ਵਾਰ ਨਹੀਂ ਹੋਣ ਦੇਗਾ। ਇਹ ਤੇ ਮੈਂ ਪਹਿਲਾਂ ਵੀ ਆਪਣੀ ਇੱਕ ਵੀਡੀਓ ਤੇ ਦੱਸਿਆ ਹੈ। ਆਨੰਦ, ਬਿਲਕੁਲ ਬਾਪੂ ਜੀ, ਆਪ ਜੀ ਨੇ ਇਹ ਗੱਲ ਦੱਸੀ ਹੈ। ਬਾਪੂ ਜੀ, ਵਿਸ਼ਵ ਦਾ ਪਰਿਵਰਤਨ ਜਾਂ ਬਦਲਾਵ ਹੋਏਗਾ, ਵਿਨਾਸ਼ ਨਹੀਂ ਹੋਏਗਾ। ਇਸ ਵਾਰ ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਨੇ ਸਾਰੇ ਜਗਤ ਦਾ ਬਦਲਾਅ ਕਰਨਾ ਹੈ, ਨਾ ਕਿ ਇਸ ਬ੍ਰਹਮੰਡ ਦੇ ਸ਼ਿਵ ਜਾਂ ਮਾਲਿਕ ਨੇ ਕਰਨਾ ਹੈ। ਆਨੰਦ, ਪਰ ਬਾਪੂ ਜੀ, ਕੁਝ ਲੋਕੀ ਅੱਜ ਵੀ ਇਹੀ ਸੋਚ ਕੇ ਬੈਠੇ ਹਨ ਕਿ ਵਿਨਾਸ਼ ਹੋਏਗਾ ਅਤੇ ਪਿਛਲੇ 70 ਸਾਲਾਂ ਜਾਂ 70 ਈਅਰਸ ਤੋਂ ਲੋਕੀ ਉਹਨਾਂ ਨੂੰ ਫੋਲੋ ਕਰ ਰਹੇ ਹਨ ਜਾਂ ਉਹਨਾਂ ਦੀ ਸੋਚ ਦੇ ਨਾਲ ਸਹਿਮਤ ਹਨ ਅਤੇ ਇਹ ਸੋਚ ਰਹੇ ਹਨ ਕਿ ਵਿਨਾਸ਼ ਹੋਏਗਾ ਤੇ ਸਿਰਫ ਅਸੀਂ ਹੀ ਬਚਾਂਗੇ। ਤੇ ਇਹ ਜੋ ਨੈਗੇਟਿਵ ਜਾਂ ਬੁਰੀ ਸੋਚ ਉਹਨਾਂ ਨੇ ਕ੍ਰੀਏਟ ਕੀਤੀ ਅਤੇ ਜੋ ਉਹਨਾਂ ਨੇ ਨੈਗੇਟਿਵ ਕਰਮ ਕ੍ਰੀਏਟ ਕੀਤੇ ਤੇ ਉਹਨਾਂ ਦਾ ਫਲ ਤੇ ਉਹਨਾਂ ਨੂੰ ਭੁਗਤਣਾ ਪਏਗਾ। ਬਾਪੂ ਜੀ, ਵੇਖੋ ਮੈਂ ਦੱਸਦਾ ਹਾਂ ਕਿ ਕਿਸ ਤਰ੍ਹਾਂ ਫਲ ਭੁਗਤਣਾ ਪੈਂਦਾ ਹੈ। ਵੇਖੋ, ਕੋਈ ਵੀ ਥਾਟ ਜਾਂ ਸੋਚ ਹੋਵੇ, ਭਾਵੇਂ ਚੰਗੀ ਹੋਵੇ ਜਾਂ ਬੁਰੀ ਹੋਵੇ, ਉਸ ਦੇ ਐਕਸ਼ਨ ਦਾ ਰਿਐਕਸ਼ਨ ਤੇ ਆਂਦਾ ਹੀ ਹੈ। ਮਤਲਬ ਸੋਚ ਵੀ ਇੱਕ ਤਰ੍ਹਾਂ ਦਾ ਕੰਮ ਹੀ ਹੈ। ਜਿਸ ਤਰ੍ਹਾਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਤੇ ਉਸ ਦਾ ਫਲ ਤੇ ਤੁਹਾਨੂੰ ਮਿਲਦਾ ਹੀ ਹੈ। ਜਿਸ ਦੀ ਸੋਚ ਨੈਗੇਟਿਵ ਸੋਚ ਹੋਵੇ ਜਾਂ ਉਸ ਦੇ ਮਾਈਂਡ ਜਾਂ ਬੁੱਧ ਤੇ ਵਿਨਾਸ਼ ਹੀ ਭਰਿਆ ਹੁੰਦਾ ਹੈ ਤੇ ਉਸ ਦਾ ਔਰਾ ਸੂਖਮ ਤੇ ਵਿਨਾਸ਼ ਦੀ ਤਰ੍ਹਾਂ ਦਾ ਹੀ ਹੋ ਜਾਏਗਾ, ਮਤਲਬ ਬਲੈਕ ਔਰਾ ਹੋ ਜਾਏਗਾ। ਬਲੈਕ ਔਰਾ ਹੋਣ ਕਰਕੇ ਉਹ ਔਰਾ ਵਾਯੂਮੰਡਲ ਤੋਂ ਬਲੈਕ ਕਾਸਮਿਕ ਆਪਣੇ ਅੰਦਰ ਆਬਜ਼ਰਵ ਕਰੇਗਾ ਤੇ ਹੁਣ ਉਸ ਮਨੁੱਖ ਦੀ ਸੋਚ ਜਿਸ ਦਾ ਕਿ ਬਲੈਕ ਔਰਾ ਹੈ 5000 ਸਾਲ ਯਾਨੀ 5000 ਈਅਰਸ ਦੇ ਵਰਲਡ ਡਰਾਮਾ ਤੇ ਅਟਕ ਗਈ। ਇਹ ਐਕਸ਼ਨ ਦਾ ਰਿਐਕਸ਼ਨ ਹੋਇਆ, ਮਤਲਬ ਉਹਨਾਂ ਦੀ ਬੁੱਧ ਹੁਣ 5000 ਸਾਲ ਦੇ ਵਰਲਡ ਡਰਾਮਾ ਤੋਂ ਅੱਗੇ ਸੋਚਣ ਦੀ ਸ਼ਕਤੀ ਨਹੀਂ ਲੈ ਸਕੀ। ਉਹਨਾਂ ਦੀ ਬੁੱਧ ਹੋ ਗਈ ਪੱਥਰ, ਬੁੱਧ ਜਾਨਵਰ ਬੁੱਧ ਹੋ ਗਈ। ਇਹ ਵਿਨਾਸ਼ ਦੇ ਐਕਸ਼ਨ ਜਾਂ ਆਤਮਾ ਤੇ ਰਿਐਕਸ਼ਨ ਆਇਆ, ਇਸ ਲਈ ਉਹਨਾਂ ਦੀ ਸੋਚ ਨੈਗੇਟਿਵ ਸੋਚ ਬਣ ਗਈ। ਅਨੰਤ, ਤੇ ਇਸ ਐਕਸ਼ਨ ਦਾ ਸਰੀਰ ਤੇ ਕੀ ਇਫੈਕਟ ਹੁੰਦਾ ਹੈ? ਬਾਪੂ ਜੀ, ਨੈਗੇਟਿਵ ਸੋਚ ਦਾ ਅਸਰ ਤੇ ਸਰੀਰ ਤੇ ਆਏਗਾ। ਇਹੋ ਜਿਹੇ ਬਹੁਤ ਲੋਕਾਂ ਨੂੰ ਕੈਂਸਰ ਹੁੰਦਾ ਹੈ, ਵੱਡੇ ਵੱਡੇ ਲੋਕਾਂ ਨੂੰ ਕੈਂਸਰ ਹੀ ਹੁੰਦਾ ਹੈ। ਐਕਸ਼ਨ ਦਾ ਰਿਐਕਸ਼ਨ ਤੇ ਆਏਗਾ। ਬਾਣੀਆਂ ਤੇ ਕਿਹਾ ਗਿਆ ਹੈ ਕਿ ਤੁਸੀਂ ਵਿਸ਼ਵ ਪਰਿਵਰਤਕ ਯਾਨੀ ਵਿਸ਼ਵ ਦਾ ਬਦਲਾਵ ਕਰਨ ਵਾਲੀ, ਵਿਸ਼ਵ ਕਲਿਆਣਕਾਰੀ ਯਾਨੀ ਵਿਸ਼ਵ ਦਾ ਭਲਾ ਕਰਨ ਵਾਲੀਆਂ ਆਤਮਾਵਾਂ ਹੋ। ਜੋ ਵਿਨਾਸ਼ ਜਾਂ ਸਮਾਪਤੀ ਕਹੇਗਾ ਉਸ ਦਾ ਹੀ ਵਿਨਾਸ਼ ਹੋ ਜਾਏਗਾ। ਇਸ ਤਰ੍ਹਾਂ ਉਹਨਾਂ ਦੀ ਇੱਕ ਬਾਣੀ ਤੇ ਦੱਸਿਆ ਗਿਆ ਹੈ ਕਿ ਬੇਹੱਦ ਦਾ ਬਾਪ ਆ ਕੇ ਤੁਹਾਨੂੰ ਬੇਹੱਦ ਦਾ ਵਰਸਾ ਯਾਨੀ ਬੇਹੱਦ ਦੀ ਪ੍ਰਾਪਰਟੀ ਅਤੇ ਬੇਹੱਦ ਦੇ ਸੰਸਾਰ ਦਾ ਮਾਲਕ ਬਣਾਉਂਦਾ ਹੈ। ਤੇ ਬੇਹੱਦ ਸ਼ਬਦ ਹੀ ਉਹਨਾਂ ਨੇ 5000 ਸਾਲ ਯਾਨੀ 5000 ਈਅਰ ਦੇ ਵਰਲਡ ਡਰਾਮਾ ਦੀ ਗੱਲਾਂ ਤੇ ਖਤਮ ਕਰ ਦਿੱਤਾ ਅਤੇ ਮਾਤ ਲੋਕ ਨੂੰ ਹੀ ਉਹਨਾਂ ਨੇ ਅਮਰ ਲੋਕ ਬਣਾ ਦਿੱਤਾ। ਆਨੰਦ, ਤੇ ਬਾਪੂ ਜੀ, ਐਸੀ ਗੱਲ ਦੇ ਨਾਲ ਇੱਕ ਹੋਰ ਵੀ ਕੁਐਸਚਨ ਹੈ ਕਿ ਜਿਸ ਤਰ੍ਹਾਂ ਸਾਡੇ ਅਸਲੀ ਕਰਮ ਜੋ ਹਨ ਉਹ ਹਲੇ ਬਾਕੀ ਹਨ, ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਬੇਹੱਦ ਦੇ ਕਰਮ ਕਰਨੇ ਚਾਹੀਦੇ ਤੇ ਸਾਰੇ ਵਿਸ਼ਵ ਦਾ, ਸਾਰੀਆਂ ਆਤਮਾਵਾਂ ਦਾ ਉद्धार ਕਰਨ ਦੇ ਲਈ ਕਿਹੜੇ ਬੇਹੱਦ ਦੇ ਕਰਮ ਕਰਨੇ ਚਾਹੀਦੇ? ਬਾਪੂ ਜੀ, ਵੇਖੋ, ਸਾਰੀ ਸ੍ਰਿਸ਼ਟੀ ਦਾ ਜੋ ਬਦਲਾਵ ਜਾਂ ਪਰਿਵਰਤਨ ਕਰਨਾ ਹੁੰਦਾ ਹੈ ਉਹ ਪੋਜ਼ਿਟਿਵ ਬਦਲਾਵ ਹੁੰਦਾ ਹੈ। ਐਸੇ ਬਦਲਾਵ ਨੂੰ ਕੋਈ ਮਨੁੱਖ ਆਤਮਾ ਨਹੀਂ ਕਰ ਸਕਦੀ, ਉਸ ਨੂੰ ਸਿਰਫ ਆਲਮਾਈਟੀ ਅਥਾਰਟੀ ਹੀ ਕਰ ਸਕਦਾ ਹੈ। ਅਨੰਤ, ਪਰ ਬਾਪੂ ਜੀ, ਅਸੀਂ ਕੁਝ ਤੇ ਕੰਟਰੀਬਿਊਸ਼ਨ ਜਾਂ ਹਿੱਸੇਦਾਰੀ ਤੇ ਪਾ ਸਕਦੇ ਹਾਂ।
ਬਾਪੂ ਜੀ, ਹਾਂ, ਆਲਮਾਈਟੀ ਕਿਸੇ ਨੂੰ ਨਮਿਤ ਤੇ ਬਣਾਏਗਾ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਦੱਸਿਆ ਹੈ ਨਾ ਕਿ 108 ਯਾਨੀ 108 ਆਤਮਾਵਾਂ ਨੂੰ ਨਿਮਿਤ ਬਣਾਏਗਾ, ਪਰ ਉਹ ਬੀਜ ਰੂਪ ਯਾਨੀ ਮੂਲ ਆਤਮਾਵਾਂ ਹੋਣਗੀਆਂ, ਸਧਾਰਨ ਆਤਮਾਵਾਂ ਨਹੀਂ ਹੋਣਗੀਆਂ। ਉਹ ਆਲਮਾਈਟੀ ਅਥਾਰਟੀ ਨਾਲ ਯੋਗ ਯਾਨੀ ਕਨੈਕਸ਼ਨ ਜੋੜਨਗੀਆਂ। ਯੋਗ ਬਲ ਦੇ ਰਾਹੀਂ ਹੀ ਵਿਸ਼ਵ ਪਰਿਵਰਤਨ ਹੁੰਦਾ ਹੈ। ਲੜਾਈ ਝਗੜੇ ਦੇ ਨਾਲ ਕੁਝ ਨਹੀਂ ਹੁੰਦਾ। ਨੈਗੇਟਿਵ ਜਾਂ ਬੁਰਾ ਸੋਚਣਾ ਵੀ ਬਹੁਤ ਵੱਡਾ ਪਾਪ ਹੈ। ਇੱਥੇ ਤੇ ਯਾਨੀ ਇਸ ਧਰਤੀ ਲੋਕ ਤੇ ਗਿਆਨੀ ਆਤਮਾ ਤੇ ਸੋਚਣ ਤੋਂ ਪਹਿਲਾਂ ਵੀ ਸੋਚਦੀ ਹੈ ਤੇ ਆਲਮਾਈਟੀ ਅਥਾਰਟੀ ਬੇਹੱਦ ਦੇ ਵਿਸ਼ਵ ਦੇ ਬੀਜਾਂ ਨੂੰ ਯਾਨੀ ਮੂਲ ਨੂੰ ਬੇਹੱਦ ਦੇ ਵਿਸ਼ਵ ਦਾ ਗਿਆਨ ਦੇਗਾ ਅਤੇ ਬੇਹੱਦ ਦੇ ਵਿਸ਼ਵ ਦਾ ਪਰਿਵਰਤਨ ਜਾਂ ਬਦਲਾਵ ਕਰਾਏਗਾ। ਬੇਹੱਦ ਦੇ ਵਿਸ਼ਵ ਦਾ ਬਦਲਾਵ ਕਰਾਉਣ ਵਾਲਾ ਜੋ ਆਲਮਾਈਟੀ ਅਥਾਰਟੀ ਹੁੰਦਾ ਹੈ, ਉਹ ਕਿਸੇ ਨੂੰ ਨਮਿਤ ਜਾਂ ਜਰੀਆ ਬਣਾਉਂਦਾ ਹੈ। ਕਿਸੇ ਮਨੁੱਖ ਆਤਮਾਵਾਂ ਨੂੰ ਜਰੀਆ ਬਣਾ ਕੇ ਵਿਸ਼ਵ ਪਰਿਵਰਤਨ ਕਰਨ ਵਾਲਾ ਗਰੁੱਪ ਬਣਾਉਂਦਾ ਹੈ। ਐਸੇ ਗਰੁੱਪ ਨੂੰ ਵਿਸ਼ਵ ਪਰਿਵਰਤਕ ਗਰੁੱਪ ਕਹਿੰਦੇ ਹਨ। ਤੇ ਵਿਸ਼ਵ ਪਰਿਵਰਤਕ ਆਤਮਾਵਾਂ ਉੱਚੇ ਤੋਂ ਉੱਚੇ ਪਰਮ ਧਾਮ ਤੇ ਯੋਗ ਮਤਲਬ ਕਨੈਕਸ਼ਨ ਲਗਾ ਕੇ ਉਸ ਪਰਮ ਧਾਮ ਦੀ ਪਾਵਰ ਨੀਚੇ ਉਤਾਰਦੀਆਂ ਹਨ। ਪਾਵਰ ਦੇ ਆਉਣ ਕਰਕੇ ਸਾਰਾ ਵਾਯੂਮੰਡਲ ਹੌਲੀ ਹੌਲੀ ਚੇਂਜ ਹੋਏਗਾ। ਸਾਰੀ ਸ੍ਰਿਸ਼ਟੀ ਦੇ ਵਾਯੂਮੰਡਲ ਦੀ ਸੋਚ ਨੂੰ ਚੇਂਜ ਜਾਂ ਬਦਲੇ ਬਿਨਾ ਨੈਗੇਟਿਵ ਸੋਚ ਨਹੀਂ ਬਦਲ ਸਕਦੀ, ਕਿਉਂਕਿ ਵਾਯੂਮੰਡਲ ਤੇ ਲੋਕਾਂ ਦੀ ਨੈਗੇਟਿਵ ਜਾਂ ਬੁਰੀ ਸੋਚ ਪਈ ਹੈ। ਅਨੰਤ, ਹਾਂਜੀ, ਵਾਯੂਮੰਡਲ ਤੇ ਲੋਕਾਂ ਦੀ ਸੋਚ ਤੋਂ ਹੀ ਬਣਿਆ ਹੈ ਨਾ ਬਾਪੂ ਜੀ, ਪਰ ਇਸ ਵਾਯੂਮੰਡਲ ਤੇ ਨੈਗੇਟਿਵ ਸੋਚ ਤੇ ਕਈ ਜਨਮਾਂ ਤੋਂ ਪਈ ਹੈ। ਪੂਰਾ ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ ਤੋਂ ਪਈ ਹੈ। ਕਈ ਲੱਖਾਂ ਸਾਲਾਂ ਤੋਂ ਪਈ ਹੈ ਨੈਗੇਟਿਵ ਸੋਚ। ਅਨੰਤ, ਬਾਪੂ ਜੀ, ਆਪ ਜੀ ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਜੇਕਰ ਅੱਜ ਤੋਂ 5000 ਜਾਂ 5000 ਸਾਲ ਪਹਿਲਾਂ ਦੀ ਵੀ ਹਿਸਟਰੀ ਵੇਖੀਏ ਤੇ ਸਾਰੇ ਰਾਜਿਆਂ ਦੇ ਵਿਚਕਾਰ ਇੰਨੀਆਂ ਲੜਾਈਆਂ ਹੁੰਦੀਆਂ ਸੀ। ਫਿਰ ਅੰਗਰੇਜ਼ ਆ ਗਏ, ਫਿਰ ਉਸ ਤੋਂ ਬਾਅਦ ਤੇ ਵਰਲਡ ਵਾਰ 1 ਹੋਇਆ, ਵਰਲਡ ਵਾਰ 2 ਹੋਇਆ ਤੇ ਜਿੰਨੇ ਵੀ ਹੁਣ ਤੱਕ ਨੈਗੇਟਿਵ ਥਾਟਸ ਜਾਂ ਬੁਰੇ ਵਿਚਾਰ ਕ੍ਰੀਏਟ ਹੋਏ, ਉਹ ਸਭ ਵਾਤਾਵਰਣ 'ਚ ਤੇ ਪਏ ਹੈ ਨਾ ਬਾਪੂ ਜੀ। ਅਸੀਂ ਹੁਣ ਦੇ 1000 2000 ਜਾਂ 1000 2000 ਸਾਲਾਂ ਦੀ ਹੀ ਕਿਉਂ ਗੱਲ ਕਰ ਰਹੇ ਹਾਂ। ਤ੍ਰੇਤਾ ਯੁੱਗ ਨੂੰ ਅੱਜ ਹੋਏ 8,69 years ਯਾਨੀ 8,69 ਸਾਲ ਹੋਏ। ਪੂਰਾ ਦੁਆਪਰ ਵੀ ਲੜਾਈ ਤੇ ਹੀ ਨਿਕਲਿਆ ਨਾ। ਦੁਆਪਰ ਯੁੱਗ ਵੀ ਕਿੰਨੇ ਸਾਲਾਂ ਦਾ ਸੀ। ਅਨੰਤ, ਹਾਂਜੀ ਬਾਪੂ ਜੀ, ਰਾਮਾਇਣ ਮਹਾਭਾਰਤ ਇੰਨਾ ਕੁਝ ਹੋਇਆ। 18 ਜਾਂ 18 ਔਕਸ਼ਣੀਆਂ ਸੈਨਾ ਦੀ ਮਹਾਭਾਰਤ ਤੇ ਯੁੱਧ ਤੇ ਮਰੀਆਂ ਖਤਮ ਹੋਈਆਂ ਬਾਪੂ ਜੀ। ਮੈਂ ਤੇ ਇੱਥੇ ਇਹ ਸੁਣਿਆ ਹੈ ਕਿ ਸਤਜੁਗ ਤੇ ਵੀ ਲੜਾਈ ਹੁੰਦੀ ਸੀ। ਵੱਡੇ ਵੱਡੇ ਦੈਤਾਂ ਦੇ ਨਾਲ ਲੜਾਈ ਹੁੰਦੀ ਸੀ ਅਤੇ ਦੇਵਾਸੁਰ ਯਾਨੀ ਦੈਤਾਂ ਅਤੇ ਦੇਵਤਿਆਂ ਦੀ ਲੜਾਈ ਤੇ ਹਰ ਕੜੀ ਹੁੰਦੀ ਹੀ ਰਹਿੰਦੀ ਸੀ। ਅਨੰਤ, ਤੇ ਬਾਪੂ ਜੀ, ਇੰਨੇ ਬੇਅੰਤ ਸਮੇਂ ਤੋਂ ਜੋ ਇਹਨਾਂ ਦੀ ਲੜਾਈ ਚੱਲ ਰਹੀ ਹੈ, ਇੰਨੇ ਨੈਗੇਟਿਵ ਥਾਟਸ ਵਾਤਾਵਰਣ ਤੇ ਪਏ ਹਨ ਤੇ ਇਹਨਾਂ ਸਾਰਿਆਂ ਨੂੰ ਬਦਲਣਾ ਕਿੰਨਾ ਭਾਰੀ ਕੰਮ ਹੈ ਬਾਪੂ ਜੀ। ਵੈਸੇ ਵੇਖਿਆ ਜਾਵੇ ਤੇ ਕੋਈ ਭਾਰੀ ਕੰਮ ਨਹੀਂ ਹੈ। ਜਿਸ ਤਰ੍ਹਾਂ ਸਾਡਾ ਇੱਕ ਬ੍ਰਹਮੰਡ ਹੈ ਤੇ ਇਸ ਤੇ ਜੋ ਨੈਗੇਟਿਵ ਸੋਚ ਹੈ ਜਾਂ ਨੈਗੇਟਿਵ ਵਾਯੂਮੰਡਲ ਹੈ ਤੇ ਉਹ ਕਿੱਥੋਂ ਤੱਕ ਹੈ। ਜਿੱਥੋਂ ਤੱਕ ਸੂਰਜ ਦੀ ਗ੍ਰੈਵਿਟੀ ਜਾਂਦੀ ਹੈ ਉੱਥੋਂ ਤੱਕ ਹੀ ਨੈਗੇਟਿਵ ਵਾਯੂਮੰਡਲ ਜਾਂਦਾ ਹੈ। ਹੌਲੀ ਹੌਲੀ ਘੱਟ ਹੁੰਦੀ ਜਾਂਦੀ ਹੈ, ਪਰ ਉੱਥੋਂ ਤੱਕ ਨੈਗੇਟਿਵ ਸੋਚ ਜਾਂਦੀ ਹੈ ਅਤੇ ਸੂਖਮ ਜਗਤ ਦੀਆਂ ਨੈਗੇਟਿਵ ਆਤਮਾਵਾਂ ਸਬਟਲ ਵਰਲਡ ਯਾਨੀ ਸੂਖਮ ਜਗਤ ਤੇ ਬੈਠੀਆਂ ਹਨ। ਅਨੰਤ, ਤੇ ਬਾਪੂ ਜੀ, ਕੀ ਉਹ ਨੈਗੇਟਿਵ ਆਤਮਾਵਾਂ ਸਰੀਰ ਦੇ ਨਾ ਹੋਣ ਦੇ ਬਾਵਜੂਦ ਵੀ ਨੈਗੇਟਿਵ ਸੋਚ ਕਰ ਸਕਦੀਆਂ ਹਨ ਬਾਪੂ ਜੀ? ਮੈਂ ਪੁਰਾਣੇ ਵੀਡੀਓ ਤੇ ਦੱਸਿਆ ਹੈ, ਜਿਸ ਤਰ੍ਹਾਂ ਕਿ ਜਰਨੀ ਆਫ ਸੋਲ ਜਾਂ ਹੋਰ ਵੀ ਵੀਡੀਓਜ਼ ਤੇ ਦੱਸਿਆ ਹੈ ਕਿ ਸੂਖਮ ਜਗਤ ਦੀਆਂ ਆਤਮਾਵਾਂ ਭਾਵੇਂ ਉਹ ਸੂਖਮ ਜਗਤ ਤੇ ਹਨ, ਪਰ ਆਤਮਾ ਤੇ ਅਜਰ ਅਮਰ ਅਵਿਨਾਸੀ ਯਾਨੀ ਉਹ ਵਿਨਾਸ਼ ਤੋਂ ਰਹਿਤ ਹੈ ਨਾ। ਆਤਮਾਵਾਂ ਦਾ ਤੇ ਵਿਨਾਸ਼ ਨਹੀਂ ਹੁੰਦਾ ਨਾ। ਆਤਮਾਵਾਂ ਕੋਲ ਮਰਨ ਦੇ ਬਾਅਦ ਵੀ 3 ਤੱਤਾਂ ਦਾ ਸਰੀਰ ਤੇ ਹੈ ਨਾ।
ਆਕਾਸ਼, ਵਾਯੂ ਅਤੇ ਅਗਨ ਦਾ ਸਰੀਰ ਤੇ ਹੈ। ਆਨੰਦ, ਪਰ ਬਾਪੂ ਜੀ ਕੀ ਫਿਰ ਵੀ ਉਹ ਨੈਗੇਟਿਵ ਸੋਚ ਕਰ ਸਕਦੀਆਂ ਹਨ? ਬਾਪੂ ਜੀ, ਮਰਨ ਤੋਂ ਬਾਅਦ ਤੇ ਉਹ ਹੋਰ ਵੀ ਜ਼ਿਆਦਾ ਨੈਗੇਟਿਵ ਹੋ ਜਾਂਦੀਆਂ ਹਨ। ਅੰਤਮਤੀ ਸੋਗਤੀ ਦੇ ਹਿਸਾਬ ਨਾਲ ਮਨੁੱਖ ਦੇ ਅੰਦਰ ਮਰਨ ਤੋਂ ਬਾਅਦ ਜੇਕਰ ਵਾਸ਼ਨਾ ਰਹਿ ਗਈ, ਵਿਕਾਰ ਰਹਿ ਗਏ, ਤੇ ਉਸ ਦੀ ਯਾਨੀ ਉਸ ਮਨੁੱਖ ਦੀ ਸ਼ਕਤੀ 1 ਲੱਖ ਜਾਂ 1 ਲੱਖ ਗੁਣਾ ਵੱਧ ਜਾਂਦੀ ਹੈ। ਕਿਉਂਕਿ ਹੁਣ ਆਤਮਾ ਤੋਂ 2 ਤੱਤ ਘੱਟ ਹੋ ਗਏ ਨਾ, ਜਲ ਅਤੇ ਮਿੱਟੀ ਤੱਤ ਹੁਣ ਨਹੀਂ ਰਹੇ, ਤੇ ਆਤਮਾ ਤੇ ਲੋਡ ਜਾਂ ਭਾਰ ਘੱਟ ਹੋ ਗਿਆ ਨਾ। ਹੁਣ ਆਤਮਾ ਹਲਕੀ ਹੋ ਗਈ ਅਤੇ 3 ਤੱਤਾਂ ਤੇ ਆ ਗਈ, ਤੇ ਉਸ ਦੀ ਪਾਵਰ ਕਾਫੀ ਵੱਧ ਗਈ ਨਾ। ਹੁਣ ਉਸ ਮਨੁੱਖ ਆਤਮਾ ਤੇ ਕਾਫੀ ਪਾਵਰ ਵੱਧ ਗਈ, ਤੇ ਉਸ ਦੀ ਪਾਵਰ ਜਾਂ ਦਾ ਨੈਗੇਟਿਵ ਯੂਜ਼ ਹੋਣਾ, ਮਤਲਬ ਹੁਣ ਉਹ ਆਤਮਾ ਆਪਣੀ ਪਾਵਰ ਨੂੰ ਜੇਕਰ ਨੈਗੇਟਿਵ ਯੂਜ਼ ਕਰਦੀ ਹੈ ਤੇ ਉਹ ਪਾਵਰ ਨੂੰ ਮਲਟੀਪਲ ਜਾਂ ਕਈ ਗੁਣਾ ਕਰਕੇ ਨੈਗੇਟਿਵ ਇਸਤੇਮਾਲ ਕਰਦੀ ਹੈ ਅਤੇ ਭੂਤ ਪਿਸ਼ਾਚ ਬਣ ਕੇ ਫਿਰ ਬਲੀ ਚੜਾਉਂਦੀ ਹੈ। ਵਾਸ਼ਨਾਵਾਂ ਦੇ ਕਾਰਨ ਉਹ ਨੈਗੇਟਿਵ ਜਾਂ ਬੁਰੀ ਬਣ ਜਾਂਦੀ ਹੈ। ਆਨੰਦ, ਤੇ ਬਾਪੂ ਜੀ ਅੱਜ ਦੇ ਮਨੁੱਖ ਨੂੰ ਯਾਨੀ ਜੋ ਆਤਮਾਵਾਂ ਮਨੁੱਖ ਸਰੀਰ ਤੇ ਹਨ, ਉਹਨਾਂ ਨੂੰ ਜੇਕਰ ਉਹ ਇਹ ਵੀਡੀਓਜ਼ ਨੂੰ ਸੁਣਦੀਆਂ ਹਨ ਤੇ ਗਿਆਨ ਵੀ ਮਿਲੇਗਾ ਅਤੇ ਉਹ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਵੀ ਕਰਨਗੀਆਂ। ਪਰ ਮਰੀਆਂ ਹੋਈਆਂ ਆਤਮਾਵਾਂ ਕੀ ਕਰਨਗੀਆਂ? ਬਾਪੂ ਜੀ ਵੇਖੋ, ਅਸੀਂ ਜੋ ਗਿਆਨ ਦਿੰਦੇ ਹਾਂ ਉਹ ਗਿਆਨ ਮੈਂ ਅਵਿਅਕਤ ਸਰੂਪ ਤੇ ਰਹਿ ਕੇ ਯਾਨੀ ਆਕਾਰੀ ਰੂਪ ਤੇ ਜਾਂ 3 ਤੱਤਾਂ ਤੇ ਰਹਿ ਕੇ ਗਿਆਨ ਸੁਣਾਉਂਦਾ ਹਾਂ। ਤੇ ਉਹ ਜੋ ਮੇਰੀ ਵਾਈਬ੍ਰੇਸ਼ਨਸ ਹਨ, ਗਿਆਨ ਹੈ, ਜੋ ਮੇਰੀ ਸੋਚ ਹੈ, ਉਹ ਪੂਰੀ ਦੁਨੀਆ ਤੱਕ ਉੱਪਰ ਤੱਕ ਪਹੁੰਚਦੀ ਹੈ, ਪੂਰੇ ਬ੍ਰਹਮੰਡ ਗੈਲੈਕਸੀਆਂ ਤੱਕ ਜਾਂਦੀ ਹੈ। ਸਭ ਕੁਝ ਬਦਲ ਰਿਹਾ ਹੈ। ਇਹੋ ਜਿਹੀ ਗੱਲ ਨਹੀਂ ਹੈ ਉੱਪਰ ਵਾਲੇ ਤੇ ਪੋਜ਼ਿਟਿਵ ਸੋਚ ਜਾਂ ਨੈਗੇਟਿਵ ਸੋਚ ਇਹ ਸਭ ਵੇਖਦੇ ਹਨ ਅਤੇ ਉਹ ਵੀ ਵੱਡੇ ਵੱਡੇ ਕੈਮਰੇ ਲਾ ਕੇ ਪੋਜ਼ਿਟਿਵ ਸੋਚ ਕਰਦੇ ਹਨ, ਤੇ ਇਸ ਤਰ੍ਹਾਂ ਸਾਰੇ ਹੀ ਪੋਜ਼ਿਟਿਵ ਸੋਚ ਕਰ ਰਹੇ ਹਨ। ਸਭ ਇਹੀ ਸੋਚਦੇ ਹਨ ਕਿ ਇਹ ਗਿਆਨ ਅਸੀਂ ਸਿਰਫ ਮਨੁੱਖ ਆਤਮਾਵਾਂ ਨੂੰ ਹੀ ਸੁਣਾ ਰਹੇ ਹਾਂ। ਇਸ ਤਰ੍ਹਾਂ ਨਹੀਂ ਹੈ। ਸਬਟਲ ਵਰਡ ਜਾਂ ਸੂਖਮ ਜਗਤ ਤੇ ਵੀ ਸਾਰਿਆਂ ਨੂੰ ਸੁਣਾਉਂਦੇ ਹਾਂ। ਇੱਕ ਗੱਲ ਦੱਸਦਾ ਹਾਂ ਕਿ ਸੂਖਮ ਜਗਤ ਵਾਲੇ ਜਾਨੀ ਭੂਤ ਪ੍ਰੇਤ ਵਾਯੂਮੰਡਲ ਤੋਂ ਗਿਆਨ ਨੂੰ ਕਿਸ ਤਰ੍ਹਾਂ ਫੜਦੇ ਹਨ। ਵਾਯੂਮੰਡਲ ਤੇ ਵੀ ਹਰ ਚੀਜ਼ ਦੀ ਰਿਕਾਰਡਿੰਗ ਹੁੰਦੀ ਹੈ ਨਾ। ਜਿਸ ਤਰ੍ਹਾਂ ਕਿ ਕੋਈ ਮਨੁੱਖ ਵੀਡੀਓ ਵੇਖਦਾ ਹੈ ਜਾਂ YouTube ਵੇਖਦਾ ਹੈ ਤੇ ਇੰਟਰਨੈਟ ਤੇ ਵਾਈਬ੍ਰੇਟ ਹੋ ਕੇ ਉੱਪਰੋਂ ਦੀ ਆਏਗਾ ਨਾ, ਤੇ ਉਹਨਾਂ ਪ੍ਰੋਗਰਾਮਾਂ ਦੀ ਸੋਚ ਉੱਪਰੋਂ ਸੈਟੇਲਾਈਟ ਤੋਂ ਹੋ ਕੇ ਆਏਗੀ ਨਾ। ਯਾਨੀ ਉਹਨਾਂ ਦੀ ਸੋਚ, ਉਹਨਾਂ ਦੇ ਵਾਈਬ੍ਰੇਸ਼ਨਸ ਜੋ ਤੁਸੀਂ ਵੇਖਦੇ ਹੋ ਸੈਟੇਲਾਈਟ ਦੇ ਜ਼ਰੀਏ ਆਉਣਗੇ, ਤੇ ਵਾਯੂਮੰਡਲ ਤੋਂ ਚੰਗੀਆਂ ਆਤਮਾਵਾਂ ਡਾਇਰੈਕਟ ਰੇਜ਼ ਜਾਂ ਸੋਚ ਨੂੰ ਫੜ ਕੇ ਪੂਰਾ ਰਿਕਾਰਡ ਪਤਾ ਲਗਾ ਸਕਦੀਆਂ ਹਨ। ਤੁਸੀਂ ਜਿਸ ਤਰ੍ਹਾਂ ਕਿਸੇ ਵੀ ਬੀਜ ਨੂੰ ਇੰਟਰਨੈਟ ਤੇ ਵੇਖਦੇ ਹੋ, ਠੀਕ ਉਸੇ ਤਰ੍ਹਾਂ ਉਹ ਵੀ ਪੂਰੇ ਰਿਕਾਰਡ ਦੀ ਸੋਚ ਫੜ ਲੈਂਦੇ ਹਨ। ਐਸੀਆਂ ਆਤਮਾਵਾਂ ਪਾਵਰਫੁਲ ਹੁੰਦੀਆਂ ਹਨ, ਥੋੜ੍ਹੀਆਂ ਉੱਪਰ ਹੁੰਦੀਆਂ ਹਨ, ਧਰਤੀ ਤੋਂ 1,00,000 2 ਲੱਖ ਕਿਲੋਮੀਟਰ ਯਾਨੀ 1 ਔਰ 2 ਲੱਖ ਕਿਲੋਮੀਟਰ ਉੱਪਰ ਹੁੰਦੀਆਂ ਹਨ। ਆਨੰਦ, ਬਾਪੂ ਜੀ ਇਹ ਤੇ ਠੀਕ ਹੈ, ਪਰ ਅੱਜ ਦੇ ਇੰਟਰਨੈਟ ਦੇ ਜ਼ਮਾਨੇ ਤੇ ਪੋਜ਼ਿਟਿਵ ਤੇ ਥੋੜੇ ਜਿਹੇ ਹੀ ਵੀਡੀਓਜ਼ ਹੋਣਗੇ, ਬਾਕੀ ਤੇ 99% ਜਾਂ 99% ਨੈਗੇਟਿਵ ਵੀਡੀਓਜ਼ ਹੀ ਪੂਰੇ ਇੰਟਰਨੈਟ ਤੇ ਘੁੰਮ ਰਹੇ ਹਨ। ਹਰ ਜਗ੍ਹਾ ਤੇ ਬਹੁਤ ਨੈਗੇਟਿਵ ਹੋ ਚੁੱਕਿਆ ਹੈ। ਬਾਪੂ ਜੀ ਵੇਖੋ, ਜੋ ਅੱਜ ਦਾ ਵਾਯੂਮੰਡਲ ਹੈ ਉਸ ਤੇ 99% ਵਾਯੂ ਤੱਤ ਜ਼ਹਿਰੀਲਾ ਬਣ ਚੁੱਕਿਆ ਹੈ। ਆਨੰਦ, ਇਹ ਤੇ ਸੱਚੀ ਗੱਲ ਹੈ। ਬਾਪੂ ਜੀ 1% ਜਾਂ 1% ਹੀ ਪੋਜ਼ਿਟਿਵ ਕਾਸਮਿਕ ਪਾਵਰ ਹੈ ਵਾਯੂਮੰਡਲ ਤੇ, ਜਿਸ ਨੂੰ ਮੈਂ ਗੋਲਡਨ ਕਾਸਮਿਕ ਕਹਿੰਦਾ ਹਾਂ। ਆਨੰਦ, ਤੇ ਬਾਪੂ ਜੀ ਆਪ ਜੀ ਸਾਨੂੰ ਇਹੀ ਸਿਖਾਓ ਕਿ ਇਹ ਗੋਲਡਨ ਕਾਸਮਿਕ ਇੱਥੋਂ ਦਾ ਇਨਸਾਨ ਆਪਣੇ ਔਰਾ ਤੇ ਕਿਸ ਤਰ੍ਹਾਂ ਲਿਆਏ, ਆਪਣੇ ਆਪ ਨੂੰ ਕਿਸ ਤਰ੍ਹਾਂ ਚਾਰਜ ਕਰੇ। ਬਾਪੂ ਜੀ ਪਰ 1% ਜਾਂ 1% ਗੋਲਡਨ ਕਾਸਮਿਕ ਜੋ ਹੈ ਉਸ ਨੂੰ ਪ੍ਰਾਪਤ ਕਰਨ ਦੀ ਬਜਾਏ ਤੁਸੀਂ ਡਾਇਰੈਕਟ ਆਲਮਾਈਟੀ ਨੂੰ ਫੜੋ ਨਾ।
ਤੁਹਾਡਾ ਇਹ ਐਸਟਰੋਲੋਜੀ ਜਾਂ ਗ੍ਰਹਾਂ ਦੇ ਚੱਕਰ ਤੇ ਪੈਣਾ ਛੁੱਟ ਜਾਏਗਾ। ਕਿਸੇ ਭੂਤ ਪ੍ਰੇਤ ਦੇ ਚੱਕਰਾਂ ਤੇ ਨਹੀਂ ਪਾਓਗੇ, ਕਿਸੇ ਦੀ ਬਲੀ ਨਹੀਂ ਚੜਾਓਗੇ। ਪਹਿਲਾਂ ਤੇ ਧਰਮ ਜਾਤ ਨਾਤ ਤੋਂ ਪਰੇ ਚਲੇ ਜਾਓ ਨਾ। ਨਵੀਂ ਦੁਨੀਆ ਦੇ ਲਈ ਨਵੀਂ ਸੋਚ ਹੋਵੇ, ਪੁਰਾਣੀ ਸੋਚ ਬਦਲ ਜਾਏਗੀ, ਨਵੀਂ ਸੋਚ ਕਰੋ। ਅਤੇ ਹਾਊ ਇਜ਼ ਦ ਆਲਮਾਈਟੀ ਅਥਾਰਟੀ, ਯਾਨੀ ਆਲਮਾਈਟੀ ਅਥਾਰਟੀ ਕੌਣ ਹੈ? ਉਸ ਤੇ ਮੇਰੀ ਇੱਕ ਵੀਡੀਓ ਹੈ, ਦ ਸੀਕ੍ਰੇਟ ਆਫ ਯੋਗਾ, ਉਸ ਨੂੰ ਵੇਖੋ। ਆਲਮਾਈਟੀ ਅਥਾਰਟੀ ਯਾਨੀ ਸਰਵ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਤੋਂ ਯੋਗ ਯਾਨੀ ਕਨੈਕਸ਼ਨ ਲਗਾਓ, ਉਸ ਤੋਂ ਪਾਵਰ ਲਵੋ ਤੇ ਆਤਮਾ ਤੇ ਬਹੁਤ ਪਾਵਰ ਆਏਗੀ। ਆਤਮਾ ਤੇ ਪਾਵਰ ਆਉਂਦੇ ਹੀ ਤੁਹਾਡੀ ਪੋਜ਼ਿਟਿਵ ਜਾਂ ਚੰਗੀ ਸੋਚ ਦੇ ਵਾਈਬ੍ਰੇਸ਼ਨਸ ਬਦਲਣਗੇ। ਤੁਹਾਡਾ ਘਰ ਮੰਦਰ ਯਾਨੀ ਪਵਿੱਤਰ ਬਣ ਜਾਏਗਾ। ਪਹਿਲਾਂ ਤੇ ਸਵ ਪਰਿਵਰਤਨ ਜਾਂ ਆਪਣੇ ਆਪ ਦਾ ਬਦਲਾਵ ਹੋਏਗਾ, ਯਾਨੀ ਤੁਸੀਂ ਆਪਣੇ ਵਿਕਾਰਾਂ ਨੂੰ ਬਦਲ ਸਕੋਗੇ। ਫਿਰ ਘਰ ਦਾ ਬਦਲਾਵ ਹੋਏਗਾ, ਫਿਰ ਆਸੇ-ਪਾਸੇ ਦਾ ਬਦਲਾਵ ਹੋਏਗਾ, ਸਭ ਕੁਝ ਠੀਕ ਹੋ ਜਾਏਗਾ। ਆਨੰਦ। ਤੇ ਬਾਪੂ ਜੀ, ਜਿਸ ਤਰ੍ਹਾਂ ਕਿ ਆਪ ਜੀ ਨੇ ਦੱਸਿਆ ਕਿ ਮਨ ਨੂੰ ਮੰਦਰ ਬਣਾਓ, ਪਰ ਮਨ ਦੇ ਅੰਦਰ ਜੋ ਨੈਗੇਟਿਵ ਵਿਚਾਰ ਆਉਂਦੇ ਹਨ ਉਹ ਸਾਡੇ ਖਾਣ ਤੋਂ ਪੀਣ ਤੋਂ ਆਉਂਦੇ ਹਨ। ਮਤਲਬ ਮਨ ਦੀ ਸੋਚ ਦੇ ਉੱਪਰ ਸਾਡੇ ਖਾਣ ਪੀਣ ਦਾ ਵੀ ਅਸਰ ਹੁੰਦਾ ਹੈ। ਜਿਸ ਤਰ੍ਹਾਂ ਕਿ ਕੋਈ ਵੈਜੀਟੇਰੀਅਨ ਹੈ ਜਾਂ ਕੋਈ ਨੌਨ ਵੈਜੀਟੇਰੀਅਨ ਹੈ, ਤੇ ਉਹਨਾਂ ਲੋਕਾਂ ਦੀ ਸੋਚ ਕਿਸ ਤਰ੍ਹਾਂ ਬਦਲੇਗੀ? ਕਿਉਂਕਿ ਉਹਨਾਂ ਦੀ ਸੋਚ ਨੂੰ ਬਦਲਣਾ ਤੇ ਮੁਸ਼ਕਿਲ ਹੈ। ਬਾਪੂ ਜੀ ਵੇਖੋ, ਜਿਸ ਤਰ੍ਹਾਂ ਦਾ ਅੰਨ ਉਸ ਤਰ੍ਹਾਂ ਦਾ ਮਨ ਬਣ ਜਾਂਦਾ ਹੈ, ਤੇ ਮਨ ਦਾ ਆਧਾਰ ਜਾਂ ਬੇਸ ਕੌਣ ਹੈ? ਅੰਨ। ਅਤੇ ਜਿਸ ਤਰ੍ਹਾਂ ਦਾ ਪਾਣੀ ਉਸ ਤਰ੍ਹਾਂ ਦੀ ਬਾਣੀ ਜਾਂ ਬੋਲੀ, ਤੇ ਜਿਸ ਤਰ੍ਹਾਂ ਦਾ ਪਾਣੀ ਪੀਓਗੇ ਉਸ ਤਰ੍ਹਾਂ ਦੀ ਬਾਣੀ ਜਾਂ ਬੋਲੀ ਤੁਹਾਡੀ ਹੋ ਜਾਏਗੀ। ਅਤੇ ਜੇਕਰ ਸਵਾਸ ਤੇ ਨੈਗੇਟਿਵ ਹਵਾ ਲਵੋਗੇ ਤੇ ਤੁਹਾਡੀ ਵਿਚਾਰ ਵਾਯੂ ਜਾਂ ਵਿਚਾਰ ਬਦਲ ਜਾਣਗੇ। ਵਾਯੂ ਤੱਤ ਤੇ ਜੋ ਹੈ ਉਹ ਤੁਹਾਡੇ ਵਿਚਾਰਾਂ ਤੇ ਅਸਰ ਜਾਂ ਇਫੈਕਟ ਕਰੇਗਾ। ਤੇ ਇਸ ਤਰ੍ਹਾਂ ਤਿੰਨੋਂ ਬਦਲ ਗਏ ਨਾ, ਮਨ, ਬਾਣੀ ਅਤੇ ਵਿਚਾਰ। ਤੇ ਮਨ, ਵਚਨ ਜਾਂ ਬਾਣੀ ਅਤੇ ਕਰਮ ਤੁਹਾਨੂੰ ਬਦਲਣਗੇ, ਤੁਹਾਨੂੰ ਸ਼ੁੱਧ ਜਾਂ ਪਵਿੱਤਰ ਕਰਦੇ ਹਨ। ਤੇ ਤੁਹਾਨੂੰ ਸਭ ਤੋਂ ਪਹਿਲਾਂ ਤੇ ਅਨਾਜ ਜੋ ਤੁਸੀਂ ਖਾਂਦੇ ਹੋ ਜਾਂ ਜੋ ਵੀ ਤੁਸੀਂ ਖਾਂਦੇ ਹੋ ਚੰਗਾ ਅਤੇ ਸ਼ੁੱਧ ਹੋਵੇ। ਤੁਹਾਨੂੰ ਪਿਓਰ ਜਾਂ ਸ਼ੁੱਧ ਵੈਜੀਟੇਰੀਅਨ ਹੋਣਾ ਚਾਹੀਦਾ। ਜੋ ਲੋਕੀ ਨੌਨ ਵੈਜ ਖਾਂਦੇ ਹਨ, ਇੱਕ ਗੱਲ ਦੱਸੋ, ਜਦੋਂ ਤੁਸੀਂ ਆਪਣਾ ਮਨ ਮੰਦਰ ਬਣਾਉਣਾ ਹੈ ਤੇ ਕੀ ਤੁਹਾਨੂੰ ਨੌਨ ਵੈਜ ਖਾਣਾ ਚਾਹੀਦਾ? ਜਿਸ ਤਰ੍ਹਾਂ ਤੁਸੀਂ ਆਪਣੇ ਦੇਵੀ ਦੇਵਤਿਆਂ ਨੂੰ ਕਿਹੜਾ ਭੋਗ ਲਗਾਉਂਦੇ ਹੋ, ਪਹਿਲਾਂ ਇਹ ਸੋਚੋ ਕਿ ਤੁਹਾਡੇ ਜੋ ਦੇਵੀ ਦੇਵਤਾ ਹਨ, ਕਿ ਤੁਸੀਂ ਉਹਨਾਂ ਨੂੰ ਮਾਸ ਦਾ ਭੋਗ ਲਗਾਉਂਦੇ ਹੋ? ਜੋ ਦੇਵੀ ਦੇਵਤੇ ਬਲੀ ਮੰਗਦੇ ਹਨ ਯਾਨੀ ਮਾਸ ਦਾ ਭੋਗ ਮੰਗਦੇ ਹਨ, ਮੈਂ ਸਮਝਦਾ ਹਾਂ ਕਿ ਉਹ ਦੇਵੀ ਨਹੀਂ ਹੈ, ਪਿਸ਼ਾਚਨੀ ਹੈ, ਡਾਕਨੀ ਹੈ। ਜਦੋਂ ਚੰਗਾ ਮਨੁੱਖ ਵੀ ਨੌਨ ਵੈਜ ਨਹੀਂ ਖਾਂਦਾ ਤੇ ਜੋ ਬਲੀ ਮੰਗਦੇ ਹਨ ਉਹ ਕੌਣ ਹਨ? ਪਹਿਲਾਂ ਇਹ ਸੋਚੋ ਕਿ ਉਹ ਕਿਹੜੀ ਸੋਚ ਵਾਲੇ ਹੋਣਗੇ, ਉਹਨਾਂ ਦਾ ਮਨ ਕਿਸ ਤਰ੍ਹਾਂ ਦਾ ਹੋਏਗਾ, ਉਹਨਾਂ ਦੀ ਬੁੱਧ ਕਿਸ ਤਰ੍ਹਾਂ ਦੀ ਹੋਏਗੀ। ਆਨੰਦ। ਬਾਪੂ ਜੀ, ਕਈ ਲੋਕਾਂ ਨੇ ਤੇ ਇਹੋ ਜਿਹੀਆਂ ਗੱਲਾਂ ਫੈਲਾ ਕੇ ਰੱਖੀਆਂ ਹਨ ਕਿ ਮਹਾਕਾਲੀ ਨੂੰ ਬਲੀ ਚਾਹੀਦੀ, ਉਸ ਨੂੰ ਖੂਨ ਚਾਹੀਦਾ, ਉਸ ਨੂੰ ਇਹ ਚਾਹੀਦਾ, ਉਹ ਚਾਹੀਦਾ, ਤੇ ਉਸ ਦੇ ਨਾਂ ਤੇ ਲੋਕੀ ਆਪਣੀ ਵਾਸ਼ਨਾਵਾਂ ਪੂਰੀਆਂ ਕਰਦੇ ਹਨ। ਹਾਲਾਂਕਿ ਅਸੀਂ ਇਹਨਾਂ ਗੱਲਾਂ ਤੇ ਨਹੀਂ ਜਾਂਦੇ, ਕਿਉਂਕਿ ਇਹਨਾਂ ਗੱਲਾਂ ਤੇ ਕੋਈ ਦਮ ਨਹੀਂ ਹੈ। ਹੁਣ ਮੇਰਾ ਰੀਅਲ ਕੁਐਸਚਨ ਇਹ ਹੈ ਕਿ ਨਿਸ਼ਕਾਮ ਕਰਮ ਯਾਨੀ ਬਿਨਾਂ ਕਿਸੇ ਕਾਮਨਾ ਜਾਂ ਇੱਛਾ ਦੇ ਕੀ ਕੋਈ ਮਨੁੱਖ ਇਸ ਨੂੰ ਕਰ ਸਕਦਾ ਹੈ? ਬਾਪੂ ਜੀ, ਨਿਸ਼ਕਾਮ ਕਰਮ ਨੂੰ ਸਮਝਣ ਦੇ ਲਈ ਗੀਤਾ ਦੇ ਭਗਵਾਨ ਕ੍ਰਿਸ਼ਨ ਨੇ ਗੀਤਾ ਦਾ ਗਿਆਨ ਦਿੱਤਾ ਅਤੇ ਕਿਹਾ ਕਿ ਮਨੁੱਖ ਨੂੰ ਕਰਮਾਂ ਦੇ ਚੱਕਰਾਂ ਤੇ ਨਾ ਆ ਕੇ ਚੰਗਾ ਕਰਮ ਕਰਨਾ ਚਾਹੀਦਾ। ਤੂੰ ਚੰਗਾ ਕਰਮ ਕਰ ਅਤੇ ਮੇਰੀ ਯਾਨੀ ਪਰਮਾਤਮਾ ਦੀ ਯਾਦ ਤੇ ਰਹਿ ਕੇ ਕਰ, ਤੇ ਤੂੰ ਜੋ ਵੀ ਕੰਮ ਜਾਂ ਕਰਮ ਮੇਰੀ ਯਾਦ ਤੇ ਰਹਿ ਕੇ ਕਰੇਗਾ ਤੇ ਉਹ ਨਿਸ਼ਕਾਮ ਕਰਮ ਹੀ ਹੋਏਗਾ। ਕਿਉਂਕਿ ਉਹਨਾਂ ਨੇ ਦੱਸਿਆ ਕਿ ਜੇਕਰ ਤੂੰ ਚੰਗੇ ਕਰਮ ਕਰੇਗਾ ਤੇ ਵੀ ਤੈਨੂੰ ਉਸ ਕੀਤੇ ਹੋਏ ਚੰਗੇ ਕਰਮ ਦਾ ਫਲ ਭੋਗਣ ਲਈ ਦੁਬਾਰਾ ਮਨੁੱਖ ਤੇ ਆਉਣਾ ਪਏਗਾ, ਅਤੇ ਜੇਕਰ ਬੁਰਾ ਕਰਮ ਕਰੇਗਾ ਤਾਂ ਵੀ ਮਨੁੱਖ ਜਨਮ ਤੇ ਆਉਣਾ ਪਏਗਾ। ਇਸ ਲਈ ਮੈਂ ਤੁਹਾਨੂੰ ਜਨਮ ਮਰਨ ਦੇ ਚੱਕਰਾਂ ਤੋਂ ਕੱਢ ਕੇ ਪਰਮ ਪਦ ਦੇਣਾ ਚਾਹੁੰਦਾ ਹਾਂ। ਪਰਮ ਪਦ ਮਤਲਬ
ਪਰਮ ਧਾਮ ਤੇ ਲੈ ਕੇ ਜਾਣਾ ਚਾਹੁੰਦਾ ਹਾਂ, ਅਮਰ ਲੋਕ ਤੇ ਲੈ ਕੇ ਜਾਣਾ ਚਾਹੁੰਦਾ ਹਾਂ। ਤੇ ਮਨੁੱਖ ਆਤਮਾ ਜਦੋਂ ਨਿਸ਼ਕਾਮ ਕਰਮ ਯਾਨੀ ਬਿਨਾਂ ਕਿਸੇ ਫਲ ਦੀ ਇੱਛਾ ਅਤੇ ਵਿਚਾਰ, ਕਿਸੇ ਵੀ ਫਲ ਦੀ ਆਸ ਵਿੱਚੋਂ ਅਤੇ ਪਰਮਾਤਮਾ ਦੀ ਯਾਦ ਤੇ ਰਹਿ ਕੇ ਕਰਮ ਕਰਦਾ ਹੈ ਤੇ ਨਿਸ਼ਕਾਮ ਕਰਮ ਬਣਦਾ ਹੈ, ਮਤਲਬ ਅਕਰਮ ਬਣਦਾ ਹੈ। ਜੇਕਰ ਸੱਚੇ ਜਾਂ ਚੰਗੇ ਕਰਮ ਕੀਤੇ ਹੋਣ ਤਾਂ ਵੀ ਜਨਮ ਮਰਨ ਦੇ ਚੱਕਰ ਤੇ ਆਉਣਾ ਪੈਂਦਾ ਹੈ। ਆਨੰਦ, ਕਿਉਂਕਿ ਚੰਗੇ ਕਰਮ ਕੀਤੇ ਹੋਣ ਤੇ ਉਸ ਤੋਂ ਵੀ ਕੁਝ ਤੁਹਾਨੂੰ ਚੰਗਾ ਮਿਲਣ ਵਾਲਾ ਹੈ। ਬਾਪੂ ਜੀ, ਹਾਂ, ਸੱਚੇ ਅਤੇ ਚੰਗੇ ਕਰਮ ਕੀਤੇ ਹੋਣ ਤੇ ਤੁਸੀਂ ਸਵਰਗ ਜਾਂਦੇ ਹੋ, ਅਤੇ ਜੇਕਰ ਬੁਰੇ ਕਰਮ ਕੀਤੇ ਹੋਣ ਤੇ ਨਰਕ ਤੇ ਜਾਂਦੇ ਹੋ। ਦੋਨੋਂ ਹੀ ਤਰ੍ਹਾਂ ਨਾਲ ਤੁਸੀਂ ਭੋਗ ਭੋਗਦੇ ਹੋ ਨਾ। ਜੇਕਰ ਸਵਰਗ ਤੇ ਜਾਓਗੇ ਤੇ ਉੱਥੇ ਵੀ ਦੇਵਤਾ ਭੋਗੀ ਸਨ, ਸੋਮ ਰਸ ਪੀਂਦੇ ਅਤੇ ਨੱਚਦੇ ਸਨ, ਇਹ ਸਭ ਕਰਦੇ। ਇੱਕ ਦਿਨ ਤੁਸੀਂ ਨੀਚੇ ਡਿੱਗ ਕੇ ਦੇਵਤਾ ਤੋਂ ਮਨੁੱਖ ਬਣ ਜਾਓਗੇ। ਤੇ ਕਰਮਾਂ ਦੀ ਥਿਉਰੀ ਜਾਂ ਸਿਧਾਂਤ ਗੀਤਾ ਤੇ ਬਹੁਤ ਚੰਗੀ ਤਰ੍ਹਾਂ ਭਗਵਾਨ ਕ੍ਰਿਸ਼ਨ ਨੇ ਦੱਸਿਆ ਹੈ। ਉਹਨਾਂ ਨੇ ਦੱਸਿਆ ਹੈ ਕਿ ਤੂੰ ਯਾਨੀ ਮਨੁੱਖ ਨਿਸ਼ਕਾਮ ਕਰਮ ਕਰ, ਮੇਰੀ ਯਾਦ ਯਾਨੀ ਪਰਮਾਤਮਾ ਦੀ ਯਾਦ ਤੇ ਰਹਿ ਕੇ ਕਰਮ ਕਰ ਅਤੇ ਕਰਮ ਯੋਗੀ ਬਣ। ਆਨੰਦ, ਤੇ ਬਾਪੂ ਜੀ, ਯੋਗ, ਤਿਆਗ ਅਤੇ ਤਪੱਸਿਆ, ਕਿ ਇਹਨਾਂ ਸਭ ਚੀਜ਼ਾਂ ਤੋਂ ਹੀ ਨਿਸ਼ਕਾਮ ਕਰਮ ਹੁੰਦਾ ਹੈ? ਬਾਪੂ ਜੀ, ਨਿਸ਼ਕਾਮ ਕਰਮ ਕਰਨ ਦੇ ਲਈ ਕਰਮ ਯੋਗੀ ਬਣਨਾ ਪੈਂਦਾ ਹੈ। ਤੇ ਕਰਮ ਯੋਗੀ ਕੌਣ ਬਣ ਸਕਦਾ ਹੈ? ਜਿਨ੍ਹਾਂ ਨੂੰ ਪਰਮਾਤਮਾ ਨਾਲ ਯੋਗ ਮਤਲਬ ਕਨੈਕਸ਼ਨ ਕਰਨ ਦਾ ਗਿਆਨ ਹੋਵੇ। ਪਰਮਾਤਮਾ ਨਾਲ ਕਨੈਕਸ਼ਨ ਕਰਨ ਲਈ ਉਸ ਨੂੰ ਪਤਾ ਹੋਵੇ ਕਿ ਪਰਮਾਤਮਾ ਕੌਣ ਹੈ, ਕਿਸ ਤਰ੍ਹਾਂ ਦਾ ਹੈ, ਯੋਗ ਜਾਂ ਕਨੈਕਸ਼ਨ ਕਿਸ ਤਰ੍ਹਾਂ ਲਗਾਉਣਾ ਹੈ। ਇਹਨਾਂ ਚੀਜ਼ਾਂ ਦਾ ਨੌਲੇਜ ਜਾਂ ਗਿਆਨ ਹੋਣਾ ਚਾਹੀਦਾ। ਨਿਸ਼ਕਾਮ ਕਰਮ ਦਾ ਗਿਆਨ ਗੀਤਾ ਦੇ ਭਗਵਾਨ ਕ੍ਰਿਸ਼ਨ ਨੇ ਦਿੱਤਾ ਸੀ। ਇਸ ਲਈ ਗੀਤਾ ਦੇ ਭਗਵਾਨ ਕ੍ਰਿਸ਼ਨ ਨੂੰ ਜਾਣਨਾ ਚਾਹੀਦਾ। ਉਸ ਨੂੰ ਜਾਣਨ ਲਈ ਗੀਤਾ ਦਾ ਗਿਆਨ ਹੋਣਾ ਚਾਹੀਦਾ। ਭਗਵਾਨ ਕ੍ਰਿਸ਼ਨ ਆਲਮਾਈਟੀ ਅਥਾਰਟੀ ਦੇ ਅਵਤਾਰ ਸਨ ਤੇ ਗੀਤਾ ਦੇ ਜੋ ਬੋਲ ਹਨ ਉਹ ਭਗਵਾਨ ਕ੍ਰਿਸ਼ਨ ਦੇ ਮੂੰਹ ਤੋਂ ਨਿਕਲੇ ਸਨ। ਪਰ ਉਹਨਾਂ ਬੋਲਾਂ ਨੂੰ ਅੱਜ ਕਿਸੇ ਲਈ ਸਮਝਣਾ ਜਾਂ ਸਮਝਾਉਣਾ ਬਹੁਤ ਮੁਸ਼ਕਿਲ ਹੈ। ਪਰ ਅੱਜ ਕੱਲ੍ਹ ਜਿਸ ਨੂੰ ਧਰਮ ਕਿਹਾ ਜਾਂਦਾ ਹੈ ਉਹ ਵੀ ਨਹੀਂ ਰਿਹਾ। ਧਰਮ ਦਾ ਮਤਲਬ ਹੁੰਦਾ ਹੈ ਧਾਰਨਾਵਾਂ, ਯਾਨੀ ਜ਼ਿੰਦਗੀ ਤੇ ਜੋ ਤੁਹਾਡੀ ਚੰਗੀ ਅਤੇ ਪਵਿੱਤਰ ਰਹਿਣੀ ਸਹਿਣੀ, ਬੋਲ ਬਚਨ, ਤੌਰ ਤਰੀਕੇ ਹੁੰਦੇ ਹਨ, ਉਹਨਾਂ ਧਾਰਨਾਵਾਂ ਨੂੰ ਧਰਮ ਕਹਿੰਦੇ ਹਨ। ਪਰ ਅੱਜ ਕੱਲ੍ਹ ਤਿਆਗ ਤਪੱਸਿਆ ਦਾ ਤੇ ਨਾਂ ਹੀ ਨਹੀਂ ਰਿਹਾ। ਅੱਜ ਜੋ ਗੀਤਾ ਦੇ ਨਾਂ ਆਪਣੇ ਆਪ ਨੂੰ ਕਰਮ ਯੋਗੀ ਦੱਸਦੇ ਹਨ ਅਤੇ ਕਥਾ ਵਾਰਤਾ ਸੁਣਾਉਂਦੇ ਹਨ ਜਾਂ ਜੋ ਵੀ ਗਿਆਨ ਦੱਸਦੇ ਹਨ, ਤੇ ਉਹ ਵੀ ਭੋਗੀ ਦੀ ਬਜਾਏ ਭੋਗੀ ਬਣ ਜਾਂਦੇ ਹਨ। ਆਨੰਦ, ਬਾਪੂ ਜੀ, ਕਈ ਧਰਮਾਂ ਦੇ ਅੰਦਰ ਇਸ ਨੂੰ ਐਂਡਲੈਸ ਨੋਟ ਦੱਸਿਆ ਗਿਆ ਹੈ, ਮਤਲਬ ਕਰਮਾਂ ਦੀਆਂ ਗੱਠਾਂ ਦੱਸੀਆਂ ਗਈਆਂ ਹਨ। ਜਿਸ ਤਰ੍ਹਾਂ ਕਿ ਬੇਅੰਤ ਟਾਈਮ ਤੱਕ ਉਹਨਾਂ ਕਰਮਾਂ ਦੀਆਂ ਗੱਠਾਂ ਅੰਦਰ ਪਈਆਂ ਰਹਿੰਦੀਆਂ ਹਨ। ਇੱਕ ਜਨਮ ਤੋਂ ਦੂਸਰੇ ਜਨਮ ਤੇ, ਦੂਸਰੇ ਤੋਂ ਤੀਸਰੇ ਜਨਮ ਤੇ ਉਹ ਕਰਮਾਂ ਦੀਆਂ ਗੱਠਾਂ ਜਾਂਦੀਆਂ ਰਹਿੰਦੀਆਂ ਹਨ। ਹੁਣ ਇਹਨਾਂ ਗੱਠਾਂ ਤੋਂ ਮਨੁੱਖ ਬਾਹਰ ਕਿਸ ਤਰ੍ਹਾਂ ਨਿਕਲੇ? ਕਿ ਯੋਗ, ਗਿਆਨ, ਤਪੱਸਿਆ ਤੋਂ ਜਾਂ ਨਿਸ਼ਕਾਮ ਕਰਮ ਤੋਂ ਉਸ ਨੂੰ ਕੁਝ ਪ੍ਰਾਪਤੀ ਹੁੰਦੀ ਹੈ, ਮਤਲਬ ਗੱਠਾਂ ਤੋਂ ਛੁਟਕਾਰਾ ਮਿਲਦਾ ਹੈ। ਬਾਪੂ ਜੀ, ਕਰਮਾਂ ਦੇ ਹਿਸਾਬ ਕਿਤਾਬ ਤੋਂ ਜੋ ਕਰਮਾਂ ਦੀਆਂ ਗੱਠਾਂ ਲੱਗੀਆਂ ਹੋਈ ਪਈਆਂ ਹਨ, ਉਹਨਾਂ ਦੇ ਕਰਕੇ ਹੀ ਤੁਸੀਂ ਜੰਮਣ ਮਰਨ ਦੇ ਚੱਕਰਾਂ ਤੇ ਆਉਂਦੇ ਰਹਿੰਦੇ ਹੋ ਜਾਂ ਭੂਤ ਪ੍ਰੇਤ ਪਿਸ਼ਾਚ ਬਣਦੇ ਰਹਿੰਦੇ ਹੋ। ਤੇ ਇਹਨਾਂ ਸਾਰੇ ਜੰਮਣ ਮਰਨ ਦੇ ਚੱਕਰਾਂ ਤੋਂ ਛੁੱਟਣ ਲਈ ਜਾਂ ਮੁਕਤੀ ਪਾਉਣ ਲਈ ਜਾਂ ਜੀਵਨ ਮੁਕਤੀ ਲੈਣ ਦੇ ਲਈ ਤੁਹਾਨੂੰ ਆਤਮਾ ਦੀ ਪਾਵਰ ਚਾਹੀਦੀ। ਕਿਸੇ ਵੀ ਚੀਜ਼ ਦੀ ਪ੍ਰਾਪਤੀ ਲਈ ਤੁਹਾਨੂੰ ਆਪਣਾ ਵਿਕਰਮ ਯਾਨੀ ਬੁਰਾ ਕਰਮ ਜਲਾ ਕੇ ਭਸਮ ਕਰਨਾ ਹੈ। ਤੁਹਾਡੀ ਆਤਮਾ ਤੇ ਕਰਮਾਂ ਦਾ ਰਿਕਾਰਡ ਤੁਹਾਡੇ ਕਾਰਨ ਸਰੀਰ ਤੇ ਪਿਆ ਹੈ। ਤੁਹਾਡੇ ਕਰਮਾਂ ਦੇ ਕਰਕੇ ਹੀ ਤੁਹਾਨੂੰ ਇਹ ਸਰੀਰ ਮਿਲਦਾ ਹੈ। ਇਸ ਲਈ ਪੂਰੀ ਧਰਤੀ ਤੇ ਕਿਸੇ ਮਨੁੱਖ ਦਾ ਫੇਸ ਜਾਂ ਮੂੰਹ ਕਿਸੇ ਦੂਸਰੇ ਮਨੁੱਖ ਨਾਲ ਮਿਲਦਾ ਹੈ? ਕਿਸੇ ਦਾ DNA ਕਿਸੇ ਦੂਸਰੇ ਨਾਲ ਮਿਲਦਾ ਹੈ? ਆਨੰਦ, ਨਹੀਂ ਮਿਲਦਾ। ਬਾਪੂ ਜੀ, ਕਿਉਂ ਨਹੀਂ ਮਿਲਦਾ? ਕਿਉਂਕਿ ਤੁਹਾਡੇ ਕਰਮਾਂ ਦੇ ਹਿਸਾਬ ਕਿਤਾਬ ਦੇ ਹਿਸਾਬ ਨਾਲ ਤੁਹਾਨੂੰ ਸਰੀਰ ਬਣਦਾ ਹੈ ਤੇ ਕਰਮਾਂ ਤੋਂ ਕਾਰਨ ਸਰੀਰ ਬਣਦਾ ਹੈ।
ਕਾਰਨ ਸਰੀਰ ਤੋਂ ਸੂਖਮ ਸਰੀਰ ਬਣਦਾ ਹੈ, ਸੂਖਮ ਸਰੀਰ ਤੋਂ ਸਥੂਲ ਸਰੀਰ ਬਣਦਾ ਹੈ ਅਤੇ ਇਸ ਦੇ ਅੰਦਰ ਸਾਰਿਆਂ ਦਾ DNA ਵੱਖਰਾ ਵੱਖਰਾ ਹੈ। DNA ਦਾ ਕਾਰਨ ਹੈ ਕਰਮਾਂ ਦਾ ਕਰਮ ਬਣਨਾ। ਇਸ ਲਈ ਸਭ ਦਾ DNA ਵੱਖਰਾ ਹੈ। ਹੁਣ ਇਹਨਾਂ ਕਰਮਾਂ ਬੰਨਣਾ ਤੋਂ DNA ਤੋਂ ਛੁੱਟਣਾ ਹੈ ਤੇ ਤੁਹਾਨੂੰ ਚਾਹੀਦੀ ਆਤਮਾ ਤੇ ਪਾਵਰ। ਹੁਣ ਸੋਚੋ ਕਿ ਆਤਮਾ ਤੇ ਪਾਵਰ ਕਿੱਥੋਂ ਆਏਗੀ? ਸੋਚੋ ਕੌਣ ਹੈ ਪਾਵਰ ਦੇਣ ਵਾਲਾ? ਅਨੰਤ, ਪਰਮਾਤਮਾ। ਬਾਪੂ ਜੀ, ਹਾਂ, ਤੇ ਪਰਮਾਤਮਾ ਕੌਣ ਹੈ? ਤੇ ਪਰਮਾਤਮਾ ਨੂੰ ਤੁਸੀਂ ਕਿਸ ਤਰ੍ਹਾਂ ਜਾਣੋਗੇ, ਮੰਨੋਗੇ? ਫਿਰ ਉਸ ਦੀ ਦਿੱਤੀ ਹੋਈ ਮੱਤ ਤੇ ਜਾਂ ਬੁੱਧ ਤੇ ਚੱਲੋਗੇ। ਤੇ ਇਹ ਜੋ ਉੱਤਮ ਮੱਤ ਹੈ ਉਹ ਕੀ ਹੈ? ਪਰਮਾਤਮਾ ਦੇ ਗਿਆਨ ਜਾਂ ਪਰਮਾਤਮਾ ਨੂੰ ਜਾਣਨ ਦੀ ਮੱਤ ਜਾਂ ਬੁੱਧ ਨੂੰ ਉੱਤਮ ਮੱਤ ਕਹਿੰਦੇ ਹਨ। ਪਰਮਾਤਮਾ ਦੇ ਕਹਿਣੇ ਤੇ ਚੱਲਣਾ ਜਾਂ ਪਰਮਾਤਮਾ ਦੇ ਦਿੱਤੇ ਗਿਆਨ ਤੇ ਚੱਲਣਾ ਹੀ ਉੱਤਮ ਮੱਤ ਹੈ। ਪਰ ਅੱਜ ਸਾਰੇ ਹੀ ਧਰਮਾਂ ਦੇ ਆਪਣੇ ਆਪਣੇ ਸ਼ਾਸਤਰ ਹਨ। ਢੇਰ ਦੇ ਢੇਰ ਸ਼ਾਸਤਰ ਬਣ ਗਏ ਹਨ। ਹੁਣ ਸਾਰੇ ਹੀ ਧਰਮ ਸ਼ਾਸਤਰ ਪਰਮਾਤਮਾ ਦੀ ਪਹਿਚਾਣ ਵੱਖਰੇ ਵੱਖਰੇ ਤਰੀਕੇ ਦੀ ਦੱਸਦੇ ਹਨ। ਕੋਈ ਪਰਮਾਤਮਾ ਨੂੰ ਨਿਰਾਕਾਰ ਮੰਨਦਾ ਹੈ, ਕੋਈ ਸਾਕਾਰ ਨੂੰ ਮੰਨਦਾ ਹੈ, ਕੋਈ ਦੇਵੀ ਦੇਵਤਿਆਂ ਨੂੰ ਪੂਜਦਾ ਹੈ, ਕੋਈ ਬਲੀ ਚੜਾ ਕੇ ਪਿਸ਼ਾਚਨੀਆਂ ਨੂੰ ਭੋਗ ਲਗਾਉਂਦਾ ਹੈ। ਤੇ ਸਭ ਤੋਂ ਪਹਿਲਾਂ ਵਿਸ਼ਾ ਜਾਂ ਸਬਜੈਕਟ ਹੈ ਕਿ ਪਰਮਾਤਮਾ ਤੋਂ ਪਾਵਰ ਲੈਣ ਲਈ ਗਿਆਨ ਜਾਂ ਨੌਲੇਜ ਹੋਣਾ ਚਾਹੀਦਾ। ਤੇ ਗਿਆਨ ਕਿੱਥੋਂ ਮਿਲੇਗਾ? ਗਿਆਨੀ ਪੁਰਖ ਤੋਂ। ਤੇ ਹੁਣ ਧਰਤੀ ਤੇ ਗਿਆਨੀ ਪੁਰਖ ਕੌਣ ਹੈ? ਇਸ ਗੱਲ ਨੂੰ ਤੁਸੀਂ ਵਿਚਾਰੋ ਕਿ ਗਿਆਨ ਕਿੱਥੋਂ ਮਿਲੇਗਾ, ਕਿਉਂਕਿ ਪਰਮਾਤਮਾ ਦੀ ਪਹਿਚਾਣ ਤੇ ਗਿਆਨ ਦੇ ਰਾਹੀਂ ਹੀ ਹੋ ਸਕਦੀ ਹੈ। ਇਸ ਲਈ ਗੀਤਾ ਤੇ ਕੀ ਦੱਸਿਆ ਗਿਆ ਹੈ ਕਿ ਮੈਂ ਯਾਨੀ ਪਰਮਾਤਮਾ ਜਪ, ਤਪ, ਧਿਆਨ, ਯੋਗ ਤੋਂ ਨਹੀਂ ਮਿਲਦਾ, ਮੈਂ ਗਿਆਨ ਤੋਂ ਮਿਲਦਾ ਹਾਂ। ਤੇ ਸੱਚੇ ਗਿਆਨ ਨੂੰ ਲੱਭੋ, ਯੋਗ ਲਗਾਓ। ਮੇਰੀ ਜੋ ਯੋਗ ਦੀ ਵੀਡੀਓਜ਼ ਹਨ ਉਹਨਾਂ ਨੂੰ ਸੁਣੋ ਅਤੇ ਯੋਗ ਕਰੋ। ਅਨੰਤ। ਬਾਪੂ ਜੀ, ਐਸੀ ਗੱਲ ਦੇ ਨਾਲ ਇੱਕ ਗੱਲ ਹੋਰ ਜੋੜਨਾ ਚਾਹਾਂਗਾ ਕਿ ਜਿਸ ਤਰ੍ਹਾਂ ਗੁੱਡ ਜਾਂ ਚੰਗੇ ਕਰਮ ਭਵਿੱਖ ਤੇ ਖੁਸ਼ੀ ਮਿਲਣ ਦਾ ਕਾਰਨ ਹੁੰਦੇ ਹਨ ਅਤੇ ਬੁਰੇ ਕਰਮ ਜਾਂ ਬੈਡ ਕਰਮ ਭਵਿੱਖ ਤੇ ਦੁੱਖਾਂ ਨੂੰ ਭੋਗਣ ਦਾ ਕਾਰਨ ਬਣਦੇ ਹਨ। ਹੁਣ ਇੱਥੇ ਅਸੀਂ ਇਹ ਆਪ ਜੀ ਤੋਂ ਜਾਣਨਾ ਚਾਹਾਂਗੇ ਕਿ ਇਹਨਾਂ ਕਰਮਾਂ ਨੂੰ ਅਸੀਂ ਰੀਬਰਥ ਜਾਂ ਦੁਬਾਰਾ ਜਨਮ ਨਾਲ ਜੋੜ ਸਕਦੇ ਹਾਂ। ਬਾਪੂ ਜੀ, ਕਿਉਂ ਨਹੀਂ? ਕਰਮਾਂ ਦੇ ਹਿਸਾਬ ਕਿਤਾਬ ਕਰਕੇ ਹੀ ਤੁਹਾਡਾ ਨਵਾਂ ਜਨਮ ਜਾਂ ਅਗਲਾ ਜਨਮ ਤੈਅ ਹੁੰਦਾ ਹੈ ਨਾ। ਜਿਸ ਤਰ੍ਹਾਂ ਕਿ ਇਹ ਜਨਮ ਵੀ ਤੁਹਾਨੂੰ ਆਪਣੇ ਪਿਛਲੇ ਜਨਮਾਂ ਦੇ ਹਿਸਾਬ ਕਿਤਾਬ ਨਾਲ ਹੀ ਮਿਲਿਆ ਹੈ ਨਾ। ਇਸੇ ਤਰ੍ਹਾਂ ਇਸ ਜਨਮ ਦੇ ਹਿਸਾਬ ਕਿਤਾਬ ਦੇ ਨਾਲ ਹੀ ਤੁਹਾਡਾ ਅਗਲਾ ਨਵਾਂ ਜਨਮ ਤੈਅ ਹੁੰਦਾ ਹੈ। ਤੇ ਕਰਮਾਂ ਦੇ ਹਿਸਾਬ ਕਿਤਾਬ ਜਾਂ ਕਰਮ ਬੰਨਣ ਤੋਂ ਮੁਕਤ ਹੋਣ ਲਈ ਆਤਮਾ ਤੇ ਪਾਵਰ ਚਾਹੀਦੀ। ਤੇ ਤੁਸੀਂ ਆਤਮਾ ਤੇ ਪਾਵਰ ਲੈਣ ਲਈ ਗਿਆਨ ਲਓ, ਯੋਗ ਕਰੋ। ਆਲਮਾਈਟੀ ਅਥਾਰਟੀ ਨਾਲ ਯੋਗ ਦੇ ਰਾਹੀਂ ਕਨੈਕਸ਼ਨ ਕਰਕੇ ਆਤਮਾ ਤੇ ਪਾਵਰ ਲਓ। ਆਤਮਾ ਤੇ ਪਾਵਰ ਆਏਗੀ ਤੇ ਕਰਮਾਂ ਦੇ ਹਿਸਾਬ ਕਿਤਾਬ ਜਾਂ ਵਿਕਰਮ ਦਾ ਨਾਸ ਹੋ ਜਾਏਗਾ। ਕਰਮ ਬੰਨਣ ਯੋਗ ਅਗਨ ਤੇ ਭਸਮ ਹੋ ਜਾਣਗੇ। ਉਸ ਯੋਗ ਅਗਨ ਤੇ ਪਰਮ ਅਗਨ ਹੋਏਗੀ, ਪਰਮ ਪ੍ਰਕਾਸ਼ ਹੋਏਗਾ। ਉਹ ਪਰਮ ਪ੍ਰਕਾਸ਼ ਪਰਮਾਤਮਾ ਦਾ ਪਰਮ ਪ੍ਰਕਾਸ਼ ਹੋਏਗਾ। ਉਹ ਤੁਹਾਡੀ ਆਤਮਾ ਤੇ ਆਏਗਾ ਤੇ ਤੁਹਾਡੇ ਕਾਰਨ ਸਰੀਰ ਤੇ ਜੋ ਨੈਗੇਟਿਵ ਰਿਕਾਰਡ ਪਿਆ ਹੈ ਉਹ ਸਾਰਾ ਸੜ ਕੇ ਭਸਮ ਹੋ ਜਾਏਗਾ। ਆਤਮਾ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਯਾਨੀ ਬੁਰੀ ਤੋਂ ਚੰਗੇ ਗੁਣਾਂ ਵਾਲੀ ਬਣ ਜਾਏਗੀ ਅਤੇ ਤੁਸੀਂ ਪਰਮ ਧਾਮ ਪਹੁੰਚ ਜਾਓਗੇ। ਪਰਮਾਤਮਾ ਕੋਲ ਯਾਨੀ ਆਲਮਾਈਟੀ ਅਥਾਰਟੀ ਕੋਲ ਪਹੁੰਚ ਜਾਓਗੇ, ਕਿਉਂਕਿ ਜਿਸ ਨੂੰ ਤੁਸੀਂ ਯਾਦ ਕਰੋਗੇ ਉਸ ਦੇ ਕੋਲ ਪਹੁੰਚ ਜਾਓਗੇ ਅਤੇ ਪਰਮ ਪਦ ਨੂੰ ਪ੍ਰਾਪਤ ਕਰੋਗੇ, ਯਾਨੀ ਤੁਹਾਡਾ ਜੰਮਣ ਮਰਨ ਦੇ ਚੱਕਰਾਂ ਤੋਂ ਛੁਟਕਾਰਾ ਹੋ ਜਾਏਗਾ। ਅਨੰਤ। ਬਾਪੂ ਜੀ, ਇੱਥੇ ਅਸੀਂ ਆਪਣਾ ਇਹ ਵੀਡੀਓ ਦਾ ਪਹਿਲਾ ਭਾਗ ਖਤਮ ਕਰਦੇ ਹਾਂ, ਪਰ ਮੈਂ ਆਪਣੇ ਸਰੋਤਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਜੇਕਰ ਆਪ ਜੀ ਨੂੰ ਬਾਪੂ ਜੀ ਦਾ ਗਿਆਨ ਚੰਗਾ ਲੱਗਦਾ ਹੈ ਤੇ ਆਪ ਜੀ ਇਸ ਨੂੰ ਜਿੰਨਾ ਹੋ ਸਕੇ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਇਸ ਗਿਆਨ ਦੀ ਪ੍ਰਾਪਤੀ ਹੋ ਸਕੇ ਅਤੇ ਜਿਸ ਦਾ ਨਿਮਿਤ ਆਪ ਜੀ ਬਣ ਸਕੋ। ਬਾਪੂ ਜੀ, ਮੇਰੇ ਜੋ ਗਿਆਨ ਦੇ ਵੀਡੀਓਜ਼ ਹਨ ਉਹ ਜੋ ਹਾਈ ਕੁਆਲਿਟੀ ਆਤਮਾ ਯਾਨੀ ਜੋ ਸੁਪਰ ਹਾਈ ਕੁਆਲਿਟੀ ਆਤਮਾਵਾਂ ਹੋਣਗੀਆਂ ਉਹਨਾਂ ਨੂੰ ਹੀ ਚੰਗਾ ਲੱਗੇਗਾ।
ਬਾਕੀ ਜੋ ਨੈਗੇਟਿਵ ਆਤਮਾਵਾਂ ਜਾਂ ਇੱਕਦਮ ਨੈਗੇਟਿਵ ਆਤਮਾਵਾਂ ਹਨ ਉਹਨਾਂ ਨੂੰ ਤੇ ਚੰਗਾ ਲੱਗੇਗਾ ਹੀ ਨਹੀਂ। ਤੇ ਵੀਡੀਓਜ਼ ਨੂੰ ਡਿਸਲਾਈਕ ਜਾਂ ਨਾ ਪਸੰਦ ਕਰਨ ਤੋਂ ਪਹਿਲਾਂ 1000 ਵਾਰ ਸੋਚੋ ਕਿ ਮੈਂ ਇਸ ਗਿਆਨ ਦੇ ਕਾਬਿਲ ਹਾਂ, ਕਿ ਮੇਰੀ ਆਤਮਾ ਦੀ ਇਹ ਸਟੇਜ ਹੈ ਕਿ ਮੈਂ ਇਸ ਗਿਆਨ ਨੂੰ ਸਮਝ ਸਕਦਾ ਹਾਂ। ਆਨੰਦ: ਨਹੀਂ ਬਾਪੂ ਜੀ, ਸਾਨੂੰ ਡਿਸਲਾਈਕ ਦੀ ਤੇ ਫਿਕਰ ਹੀ ਨਹੀਂ ਹੈ। ਉਹ ਤੇ ਜੋ ਜਿਸ ਤਰ੍ਹਾਂ ਕਰੇਗਾ ਉਸ ਤਰ੍ਹਾਂ ਦਾ ਫਲ ਪ੍ਰਾਪਤ ਕਰੇਗਾ, ਸਾਨੂੰ ਤੇ ਕੋਈ ਮਤਲਬ ਹੀ ਨਹੀਂ ਹੈ। ਬਾਪੂ ਜੀ: ਡਿਸਲਾਈਕ ਕਰਨ ਦਾ ਮਤਲਬ ਉਸ ਆਤਮਾ ਨੂੰ ਗਿਆਨ ਸਮਝ ਤੇ ਨਹੀਂ ਆਇਆ, ਕਿਉਂਕਿ ਉਸ ਦੀ ਆਤਮਾ ਦੀ ਕੈਪੈਸਿਟੀ ਨਹੀਂ ਹੈ ਇਸ ਗਿਆਨ ਨੂੰ ਪ੍ਰਾਪਤ ਕਰਨ ਦੀ। ਇਸ ਲਈ ਪਹਿਲਾਂ ਆਪਣੇ ਆਪ ਨੂੰ ਜੱਜ ਕਰੋ ਕਿ ਇਸ ਗਿਆਨ ਨੂੰ ਪ੍ਰਾਪਤ ਕਰਨ ਦੇ ਲਈ, ਸਮਝਣ ਦੇ ਲਈ ਕਿ ਮੇਰੀ ਆਤਮਾ ਦੀ ਕੈਪੈਸਿਟੀ ਹੈ, ਕਿ ਮੈਂ ਜਾਨਵਰ ਬੁੱਧ ਹਾਂ। ਆਨੰਦ: ਬਾਪੂ ਜੀ, ਇਸੀ ਗੱਲ ਤੋਂ ਸੰਬੰਧਿਤ ਇੱਕ ਗੱਲ ਮੈਨੂੰ ਯਾਦ ਆਈ ਕਿ ਮੈਂ ਇੱਕ ਵੀਡੀਓ ਵੇਖਿਆ ਸੀ। ਵਰੁਣ ਪ੍ਰਿਥੀ ਨਾਂ ਦਾ ਇੱਕ ਐਕਟਰ ਹੈ, ਉਸ ਦਾ ਵੀਡੀਓ ਸੀ। ਉਸਨੇ ਆਪਣੀ ਇੱਕ ਵੀਡੀਓ ਤੇ ਬਹੁਤ ਚੰਗਾ ਦੱਸਿਆ ਸੀ ਕਿ ਕਿਸੇ ਵੀ ਫੋਟੋ ਨੂੰ ਜਾਂ ਵੀਡੀਓ ਨੂੰ ਡਿਸਲਾਈਕ ਕਰਨਾ ਬਹੁਤ ਆਸਾਨ ਹੈ, ਪਰ ਜ਼ਿੰਦਗੀ ਤੇ ਤੁਸੀਂ ਬਾਹਰ ਨਿਕਲ ਕੇ ਵਿਖਾਓ ਅਤੇ 1 ਲਾਈਕ ਵੀ ਕਮਾਉਣਾ ਤੁਹਾਡੇ ਲਈ ਬਹੁਤ ਵੱਡੀ ਗੱਲ ਹੈ। ਮਤਲਬ ਮੈਂ ਸਾਰਿਆਂ ਨੂੰ ਜਨਰਲੀ ਇਹੀ ਕਹਿੰਦਾ ਹਾਂ ਕਿ ਜੇਕਰ ਅਸੀਂ ਕੁਝ ਕਰ ਨਹੀਂ ਸਕਦੇ ਤੇ ਜੋ ਲੋਕ ਕਰ ਰਹੇ ਹਨ ਉਹਨਾਂ ਨੂੰ ਸਾਨੂੰ ਰੋਕਣਾ ਨਹੀਂ ਚਾਹੀਦਾ। ਚੰਗੇ ਕਰਮ ਨੂੰ ਹਮੇਸ਼ਾ ਸਪੋਰਟ ਦੇਣੀ ਚਾਹੀਦੀ। ਚਲੋ ਬਾਪੂ ਜੀ, ਇਸ ਵੀਡੀਓ ਦੇ ਇਸ ਭਾਗ 1 ਨੂੰ ਮੈਂ ਇੱਥੇ ਹੀ ਖਤਮ ਕਰਦਾ ਹਾਂ। ਵੀਡੀਓ ਦੇ ਅਗਲੇ ਭਾਗ ਤੇ ਐਸੀ ਚਰਚਾ ਨੂੰ ਅੱਗੇ ਜਾਰੀ ਰੱਖਾਂਗੇ। ਆਪ ਜੀ ਦਾ ਬਹੁਤ ਧੰਨਵਾਦ। ਪਰਮ ਸ਼ਾਂਤੀ। ਸ਼ਾਂਤੀ ਸੋਚੋ, ਬੋਲੋ ਪਰਮ ਸ਼ਾਂਤੀ। Join us daily for live meditation, 10 p.m. to 11 p.m. on YouTube Live. Subscribe now. Website www.paramshanti.org. Email us anand@paramshanti.org. Like, share, subscribe. Join today.